20 ਸਾਲ ਤੋਂ ਮੈਂ ਕੇਂਦਰ ਸਰਕਾਰ ਹੀ ਸ਼ਬਦ ਵਰਤਦਾ ਸੀ। ਤਾਮਿਲਨਾਡੂ ਸਰਕਾਰ ਨੇ ਆਪਣੇ ਮਤੇ 'ਚ ਪਾ ਕੇ ਗੱਲ ਕਹੀ ਹੈ ਸ਼ਬਦ ਯੂਨੀਅਨ ਗਵਰਨਮੈਂਟ। ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਨੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਭ ਤੋਂ ਇੰਪੋਰਟੈਂਟ ਕੜੀ ਜਿਹੜਾ ਆ ਰਾਜਨੀਤੀ ਦੇ ਵਿੱਚ ਪਿੰਡ ਆ। ਸਭ ਤੋਂ ਜਿਹੜੀ ਇੰਪੋਰਟੈਂਟ ਸਰਕਾਰ ਆ ਉਹ ਪੰਚਾਇਤ ਆ। ਭਾਰਤ ਸਰਕਾਰ ਨੂੰ ਯੂਨੀਅਨ ਗਵਰਨਮੈਂਟ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦਾ ਭਰੋਸਾ ਬਹਾਲ ਕਰਨ ਦੀ, ਲੋਕਾਂ ਦਾ ਭਰੋਸਾ ਜਿੱਤਣ ਦੀ ਲੋੜ ਆ। ਦੇਸ਼ ਦੀ ਜਨਤਾ ਨੂੰ ਦੇਸ਼ ਦੇ ਹਾਕਮਾਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ। ਉਹ ਖਤਮ ਹੋ ਚੁੱਕਾ ਪਿਛਲੇ 2 ਸਾਲ ਵਿੱਚ। ਕਿਸਾਨ ਅੰਦੋਲਨ ਦਾ ਜਿਹੜਾ ਅਗਲਾ ਦੌਰ ਸ਼ੁਰੂ ਹੋ ਰਿਹਾ ਆ ਉਹ ਸਮਝ ਕੇ ਚੱਲੋ ਵੀ ਇਸ ਸਰਕਾਰ ਦਾ, ਯੂਨੀਅਨ ਸਰਕਾਰ ਦਾ ਇਹ ਅਗਲਾ ਦੌਰ ਬਹੁਤ ਹੀ ਔਖਾ ਸ਼ੁਰੂ ਹੋਣ ਵਾਲਾ ਹੈ। ਤੇ ਜਿਹੜੀ ਯੂਪੀ ਦੀ ਇਲੈਕਸ਼ਨ ਆ, ਉੱਤਰਾਖੰਡ ਦੀ ਇਲੈਕਸ਼ਨ ਦੇ ਨਾਲ ਪੰਜਾਬ ਦੀ ਇਲੈਕਸ਼ਨ ਆ, ਜਿਹਦੇ ਤੇ ਉਹ ਪਹਿਲਾਂ ਬਿਆਨ ਕਰ ਚੁੱਕੇ ਕਿ ਇਹਨਾਂ 3 ਸਟੇਟ ਜਿਹੜੀਆਂ ਸਾਡੇ ਲਾਗੇ ਪੈਂਦੀਆਂ ਆ, ਇਹਦੇ ਵਿੱਚ ਅਸੀਂ ਬੀਜੇਪੀ ਨੂੰ ਨੱਕ ਦੇ ਚਣੇ ਚਵਾਉਣੇ। ਉਹ ਕਹਿੰਦੇ ਭੋਗ ਪਾਉਣਾ ਹੈ, ਭੋਗ ਪਾਉਣਾ। ਪ੍ਰਧਾਨ ਮੰਤਰੀ ਨੇ ਗੱਲਾਂ ਬਹੁਤ ਸੋਹਣੀਆਂ ਕਰਦੇ ਨੇ ਜੀ। ਵਨ ਲਾਈਨਰ ਉਹਨਾਂ ਦਾ ਜਿਹੜਾ ਵੀ ਬੰਦਾ ਲਿਖਦਾ ਬਹੁਤ ਸੋਹਣੇ। ਆਉਣ ਵਾਲੇ 2022 ਦੀ ਇਲੈਕਸ਼ਨ ਚਾਹੇ ਪੰਜਾਬ ਦੀ ਆ, ਚਾਹੇ ਉੱਤਰਾਖੰਡ ਦੀ, ਚਾਹੇ ਯੂਪੀ ਦੀ ਆ, ਇਸ 2 ਰਾਜਾਂ ਦੇ ਵਿੱਚ ਬੀਜੇਪੀ ਨੂੰ ਕਿਸਾਨਾਂ ਨੇ ਠਿੱਬੀ ਲਾ ਲਈ ਤੇ ਸਮਝ ਲਓ ਫਿਰ 2024 ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਲਈ ਜਾਂ ਬੀਜੇਪੀ ਲਈ ਉਹ ਸੌਖੀ ਨਹੀਂ ਹੋਊਗੀ। ਕੈਦ ਸਾਹਿਬ ਨੇ ਇਹ ਤੇ ਕਹਿਤਾ ਵੀ ਨੌਜਵਾਨਾਂ ਦੇ ਹੱਥਾਂ 'ਚ ਟਵਿੱਟਰ ਹੋਣੇ ਚਾਹੀਦੇ, ਪਰ ਉਹਨਾਂ ਨੂੰ ਇਹ ਵੀ ਤੇ ਪਤਾ ਨਾ ਟਵਿੱਟਰ ਹੀ ਤੇ ਮੋਦੀ ਸਾਹਿਬ ਨੂੰ ਸਭ ਤੋਂ ਵੱਧ ਚੁੱਭਦਾ। ਹਜੇ ਤੱਕ ਸਰਕਾਰ ਦੇ ਜਿਹੜੇ ਜਿੰਨੇ ਮਨਸੂਬੇ ਸੀ ਉਹ ਕਿਸਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤੇ। ਕਿਤੇ ਨਾ ਕਿਤੇ ਇਹ ਤੋਂ ਲੱਗਦਾ ਹੈ ਵੀ ਇਸ ਅੰਦੋਲਨ ਦੇ ਵਿੱਚ ਕੋਈ ਸੱਚ ਹੈ, ਰੱਬ ਦੀ ਆਵਾਜ਼ ਹੈ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਵਲੀਨ ਕੌਰ ਜੱਸਰ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ 2 ਮਾਹਿਰ ਮਹਿਮਾਨ ਹੋਣਗੇ, ਸਰਦਾਰ ਗੁਰਨਾਮ ਸਿੰਘ ਜੀ ਬਿਲਗਾ ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ, ਕਿਸਾਨਾਂ ਦੀਆਂ ਪਰੇਸ਼ਾਨੀਆਂ ਦੀ ਤੇ ਪੌਣੇ 2 ਸਾਲ ਬਾਅਦ ਪ੍ਰਧਾਨ ਮੰਤਰੀ ਨੂੰ ਜੰਮੂ ਕਸ਼ਮੀਰ ਦੇ ਆਏ ਚੇਤੇ ਦੀ, ਤੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ ਜੀ? ਬਸ ਠੀਕ ਹੈ ਜੀ। ਸ਼ਰਮਾ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪ੍ਰਧਾਨ ਮੰਤਰੀ ਨੇ ਮੀਟਿੰਗ ਕੀਤੀ ਹੈ, ਪੌਣੇ 2 ਸਾਲ ਬਾਅਦ ਉਹਨਾਂ ਨੂੰ ਚੇਤਾ ਆਇਆ ਹੈ, ਜੰਮੂ ਕਸ਼ਮੀਰ ਦੀ ਸਾਰ ਲਈ ਹੈ, ਤੇ ਖਬਰਾਂ ਇਹ ਵੀ ਆਈਆਂ ਨੇ ਕਿ ਗੱਲਾਂ ਮਿੱਠੀਆਂ ਹੋਈਆਂ ਨੇ ਮੀਟਿੰਗ 'ਚ। ਜੀ ਸਵਲੀਨ, ਜਦੋਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਮੈਨੂੰ ਇੱਕ ਸ਼ੇਰ ਯਾਦ ਆਉਂਦਾ, ਆਲਮਾ ਇਕਬਾਲ ਦਾ ਲਿਖਿਆ ਹੋਇਆ, ਗਰ ਫਿਰਦੌਸ ਬਰ ਰੂਏ ਜ਼ਮੀਂ ਅਸਤ, ਗਰ ਫਿਰਦੌਸ ਬਰ ਰੂਏ ਜ਼ਮੀਂ ਅਸਤ, ਅਮੀ ਅਸਤੋ ਹਮੀ ਅਸਤੋ ਹਮੀ ਅਸਤੋ। ਆਲਮਾ ਇਕਬਾਲ ਨੇ ਲਿਖਿਆ ਕਿ ਜੇ ਧਰਤੀ ਤੇ ਕਿਤੇ ਸਵਰਗ ਆ ਤੇ ਉਹ ਸਿਰਫ ਇੱਥੇ ਹੀ ਆ, ਇੱਥੇ ਹੀ ਆ ਤੇ ਇੱਥੇ ਹੀ ਆ। ਉਸ ਤੋਂ ਬਾਅਦ ਮੈਨੂੰ ਗੱਲ ਯਾਦ ਆਉਂਦੀ ਆ ਗੁਰਬਖਸ਼ ਸਿੰਘ ਪ੍ਰੀਤਲੜੀ ਦੀ, ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਫੌਜੀ ਸੀ ਤੇ ਉਸ ਤੋਂ ਬਾਅਦ ਉਹ ਘੁੰਮਦੇ ਰਹੇ ਕਾਫੀ, ਸਵਿਟਜ਼ਰਲੈਂਡ ਗਏ। ਉਹਨਾਂ ਨੇ ਕਿਸੇ ਨੂੰ ਕਿਹਾ ਕਿ ਸਵਿਟਜ਼ਰਲੈਂਡ ਬਹੁਤ ਸੋਹਣਾ ਆ, ਤੇ ਫਿਰ ਉਸ ਬੰਦੇ ਨੇ, ਉੱਥੇ ਕੋਈ ਅੰਗਰੇਜ਼ ਸੀ, ਉਹਨੇ ਪੁੱਛਿਆ ਵੀ ਤੁਸੀਂ ਕਿੱਥੋਂ ਆ? ਇਹਨਾਂ ਨੇ ਦੱਸਿਆ ਕਿ ਮੈਂ ਹਿੰਦੁਸਤਾਨ ਤੋਂ ਹਾਂ। ਉਹ ਕਹਿੰਦੇ ਫਿਰ ਜੇ ਤੁਸੀਂ ਹਿੰਦੁਸਤਾਨ ਤੋਂ ਆ ਫਿਰ ਤੁਸੀਂ ਕਸ਼ਮੀਰ ਨਹੀਂ ਦੇਖਿਆ। ਤੇ ਫਿਰ ਸਰਦਾਰ ਸਾਹਿਬ ਨੂੰ ਲੱਗਾ ਕਿ ਵਾਕਿਆ ਹੀ। ਸੋ ਮੇਰੇ ਕਹਿਣ ਦਾ ਮਤਲਬ ਕਿ ਧਰਤੀ ਦੇ ਉੱਤੇ ਜੰਨਤ ਨਾਲੋਂ ਵੀ ਸੋਹਣਾ ਆ ਕਸ਼ਮੀਰ ਜੀ। ਜਿੰਨਾ ਕਿ ਮੈਨੂੰ ਦੇਖਣ ਦਾ ਮੌਕਾ ਮਿਲਿਆ, ਸ਼੍ਰੀਨਗਰ ਤੋਂ ਲੈ ਕੇ ਲੇਹ ਲਦਾਖ ਤੱਕ ਅਸੀਂ ਕਾਫੀ ਵਾਰ ਉੱਥੇ ਜਾਣ ਦਾ ਮੌਕਾ ਮਿਲਿਆ, ਘੁੰਮਣ ਦਾ, ਵਾਕਿਆ ਹੀ ਉੱਥੇ ਦੀ ਜਿਹੜੀ ਖੂਬਸੂਰਤੀ ਆ ਉਹ ਦੇਖਿਆ ਹੀ ਬਣਦੀ ਆ ਜੀ। ਪਰ ਉਸ ਜਗ੍ਹਾ ਦੀ ਜਾਂ ਉਸ ਧਰਤੀ ਦੇ ਹਿੱਸੇ ਦੀ ਕਿਸਮਤ ਜਾਂ ਡੈਸਟੀਨੀ ਜਿਹੜੀ ਆ ਇੰਨੀ ਕੁ ਖਰਾਬ ਆ ਕਿ ਉੱਥੇ ਕਦੀ ਵੀ ਜਿਹੜੀ ਸ਼ਾਂਤੀ ਆ ਉਹ ਰਹੀ ਨਹੀਂ, ਖਾਸ ਤੌਰ ਤੇ 47 ਤੋਂ ਬਾਅਦ। ਜਿੱਦਾਂ ਕਹਿੰਦੇ ਹੁੰਦੇ ਵੀ ਰੂਪ ਹੱਸਦਾ ਆ ਤੇ ਕਰਮ ਰੋਂਦੇ ਨੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਉੱਥੇ ਜਿਹੜਾ ਰਾਜਨੀਤਿਕ ਉਠਾ ਪਟਕ ਆ ਉਹ ਚੱਲਦੀ ਹੀ ਰਹਿੰਦੀ ਹੈ। ਜਦੋਂ 1947 ਚ ਭਾਰਤ ਆਜ਼ਾਦ ਹੋਇਆ ਤੇ ਉਸ ਤੋਂ ਬਾਅਦ ਰਿਆਸਤਾਂ ਸੀ ਸਾਰੀਆਂ, ਉਹਨਾਂ ਰਿਆਸਤਾਂ ਨੂੰ ਸਟੇਟਸ ਨਾਲ ਜੋੜਨ ਦਾ ਕੰਮ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ। ਹੋਰ ਵੀ ਜਿਹੜੇ ਵੀ ਕੈਬਨਿਟ ਦੇ ਵਿੱਚ ਲੋਕ ਸੀ ਉਹਨਾਂ ਨੇ ਸਾਰਿਆਂ ਨੇ ਇਹ ਕੰਮ ਕੀਤਾ। ਪਰ ਜੰਮੂ ਕਸ਼ਮੀਰ ਨੂੰ ਜਿਹੜਾ ਮਿਲਾਉਣ ਦਾ ਕੋਸ਼ਿਸ਼ ਸੀ ਉਹ ਨਹਿਰੂ ਦੇ ਹਿੱਸੇ ਆਈ। ਜਵਾਹਰ ਲਾਲ ਨਹਿਰੂ ਦੇ ਸ਼ੇਖ ਅਬਦੁੱਲਾ ਨਾਲ ਜਿਹੜੇ ਸੀ ਸਬੰਧ ਚੰਗੇ ਸੀ, ਤੇ ਪਰ ਫਿਰ ਵੀ ਇਹਨਾਂ ਨੇ ਉਹ 54 ਦੇ ਵਿੱਚ ਇਹਨੂੰ ਜੋੜਿਆ। ਪਾਕਿਸਤਾਨ ਦੇ ਨਾਲ ਲੜਾਈ ਜਿਹੜੀ ਆ ਉਹ ਇਸੇ ਖਿੱਤੇ ਨੂੰ ਲੈ ਕੇ ਜਿਹੜੀ ਆ ਹੁੰਦੀ ਰਹਿੰਦੀ। ਇਸੇ ਏਰੀਏ ਨੂੰ ਜਦੋਂ ਅਸੀਂ ਜਿਓਗ੍ਰਾਫਿਕਲੀ ਦੇਖੀਏ ਤੇ ਇੱਕ ਪਾਸੇ ਭਾਰਤ ਆ, ਇੱਕ ਖੂੰਜੇ 'ਚ ਸਿਰ ਦੇ ਉੱਪਰਲੇ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ
ਚਾਈਨਾ ਵੀ ਆ। ਜੀ ਕੁਝ ਹਿੱਸਾ ਸਾਡੇ ਕੋਲ ਆ ਤੇ ਕੁਝ ਹਿੱਸਾ ਪੀਓਕੇ ਅਸੀਂ ਉਹਨੂੰ ਕਹਿੰਦੇ ਆ, ਪਾਕਿਸਤਾਨ ਆਕੂਪਾਈਡ ਕਸ਼ਮੀਰ, ਤੇ ਕੁਝ ਹਿੱਸਾ ਲੱਦਾਖ ਤੋਂ ਉੱਪਰ ਜਾ ਕੇ ਜਿਹੜਾ ਆ ਆਕਸੀ ਚਿੰਨ ਕਹਾਉਂਦਾ ਆ, ਜਿਹਦੇ ਤੇ ਚੀਨ ਨੇ ਕਬਜ਼ਾ ਕੀਤਾ ਹੋਇਆ ਜੀ ਜਦੋਂ ਭਾਰਤ ਚੀਨ ਦੀ ਲੜਾਈ ਹੁੰਦੀ ਹੈ। ਤੇ ਇੱਥੇ 370 ਨੂੰ ਲੈ ਕੇ ਬੜੇ ਲੰਬੇ ਸਮੇਂ ਤੋਂ ਰੌਲਾ ਪੈ ਰਿਹਾ ਸੀ। ਬੀਜੇਪੀ ਇਸ ਗੱਲ ਨੂੰ ਬਹੁਤ ਪਹਿਲੇ ਤੋਂ, ਜਦੋਂ ਬੀਜੇਪੀ ਬਣਦੀ ਵੀ ਨਹੀਂ ਆ ਉਸ ਤੋਂ ਵੀ ਪਹਿਲਾਂ ਇਹ ਇਸ ਗੱਲ ਦੇ ਉੱਤੇ ਰਹਿੰਦੇ ਆ ਬਜਿੱਦ ਕਿ ਅਸੀਂ ਜੰਮੂ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾਉਣਾ। ਹਾਲਾਂਕਿ ਪਹਿਲਾਂ ਅਨਿੱਖੜਵਾਂ ਅੰਗ ਹੈ, ਪਰ ਉਹ ਚਾਹੁੰਦੇ ਆ ਕਿ ਜਿਹੜੀ ਇੱਥੇ ਇੱਕ ਖਾਸ ਧਾਰਾ ਲੱਗੀ ਹੋਈ ਹੈ 370 ਜੀ ਯੂਨੀਫਾਰਮ ਸਿਵਲ ਕੋਡ, ਜਿਹਨੂੰ ਤੋੜ ਕੇ ਤੇ ਇੱਕੋ ਜਿਹਾ ਹੀ ਸਾਰਾ ਕੁਝ ਹੋਵੇ। ਜੀ ਹਾਲਾਂਕਿ ਇਹ ਜਿਹੜੀ ਧਾਰਾ ਆ ਉਹ ਇਕੱਲੇ ਜੰਮੂ ਕਸ਼ਮੀਰ 'ਚ ਨਹੀਂ ਹੈਗੀ, ਦੇਸ਼ ਦੇ ਕੁਝ ਹੋਰ ਸੂਬਿਆਂ 'ਚ ਵੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਸਾਰੇ ਭਾਰਤ ਦੇ ਲੋਕ ਆ ਕੇ ਨਹੀਂ ਕਰ ਸਕਦੇ। ਨਾਰਥ ਈਸਟਰਨ ਜਿਹੜੀਆਂ ਸਟੇਟਸ ਆ ਉੱਥੇ ਵੀ ਕੁਝ ਸਪੈਸ਼ਲ ਅਧਿਕਾਰ ਉਹਨਾਂ ਸਟੇਟਸ ਨੂੰ ਮਿਲੇ ਹੋਏ ਨੇ। ਜੀ ਪਰ ਇੱਥੇ ਆ ਕੇ ਫਿਰ ਉਹਨਾਂ ਨੇ, ਜਦੋਂ ਇਹਨਾਂ ਦੀ ਸਰਕਾਰ ਬਣਦੀ ਆ ਮੋਦੀ ਸਾਹਿਬ ਦੀ, ਤੇ ਇਹਨਾਂ ਦਾ ਪਿਛਲਾ ਟਰਮ ਤੇ ਲੰਘ ਗਿਆ ਸੀ, ਪਰ ਅਗਲੀ ਵਾਰ ਇਹਨਾਂ ਨੇ ਆ ਕੇ ਫਿਰ ਉਸ ਚੀਜ਼ ਨੂੰ ਤੋੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਕਿ ਇਸ ਧਾਰਾ 370 ਨੂੰ ਖਤਮ ਕੀਤਾ ਜਾਵੇ। ਜੀ ਧਾਰਾ 370 ਖਤਮ ਕਰਦੇ ਆ ਉਹ, ਤੇ ਸਾਨੂੰ ਵੀ ਇਹ ਲੱਗਦਾ ਸੀਗਾ ਕਿ ਸ਼ਾਇਦ ਇੱਕ ਚੰਗਾ ਕਦਮ ਆ। ਜੰਮੂ ਕਸ਼ਮੀਰ ਭਾਰਤ ਦਾ ਜਿਹੜਾ ਅੰਗ ਆ, ਉੱਥੇ ਜਾਣਾ ਆਉਣ ਦੇ ਵਿੱਚ ਕੁਝ ਪ੍ਰੋਬਲਮਸ ਆ, ਜਾਂ ਉੱਥੇ ਜਿਹੜਾ ਸ਼ਾਂਤੀ ਆ ਉਹ ਨਹੀਂ ਹੈਗੀ, ਟੈਰਰਿਜ਼ਮ ਦੇ ਕੁਝ ਬਹੁਤ ਸਾਰੇ ਸਮੱਸਿਆਵਾਂ ਹੈਗੀਆਂ ਨੇ, ਤੇ ਉਹ ਲੋਕ ਮੁੱਖ ਧਾਰਾ 'ਚ ਨਹੀਂ ਹੈਗੇ, ਉਹਨਾਂ ਦਾ ਸੰਵਿਧਾਨ ਵੱਖਰਾ ਆ, ਝੰਡਾ ਵੱਖਰਾ ਆ, ਵਿਧਾਨਕਾਰ ਕੁਝ ਹੋਰ ਵੀ ਸਾਰੀਆਂ ਚੀਜ਼ਾਂ ਸਮੱਸਿਆਵਾਂ ਨੇ। ਜੀ ਤੇ ਜਦੋਂ ਸੰਵਿਧਾਨ ਪੜ੍ਹਦੇ ਸੀ ਤਾਂ ਉਹਦੇ 'ਚ ਲੱਗਦਾ ਸੀਗਾ ਕਿ 370 ਨੂੰ ਤੋੜਿਆ ਕਾਨੂੰਨੀ ਤੌਰ ਤੇ ਤੋੜਿਆ ਹੀ ਨਹੀਂ ਜਾ ਸਕਦਾ, ਪਰ ਉਹਨਾਂ ਨੇ ਉਹ ਕਹਿੰਦੇ ਆ ਕਿ ਹਰ ਬਿਮਾਰੀ ਦਾ ਹੱਲ ਹੁੰਦਾ, ਉਹਨਾਂ ਨੇ ਉਹ ਹੱਲ ਲੱਭ ਲਿਆ, 370 ਨੂੰ ਤੋੜ ਦਿੱਤਾ, ਜੰਮੂ ਐਂਡ ਕਸ਼ਮੀਰ ਨੂੰ ਵੱਖਰਾ ਕਰਤਾ, ਸ਼੍ਰੀਨਗਰ ਨੂੰ ਵੱਖਰਾ ਕਰਤਾ, ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਤਾ। ਜੀ ਪਰ ਉਸ ਤੋਂ ਬਾਅਦ ਜਿਹੜੀ ਗੱਲ ਹੋਈ, ਉਹ ਆਮ ਲੋਕਾਂ ਦੇ ਜਨ ਜੀਵਨ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ। ਇੰਟਰਨੈਟ ਬੰਦ ਹੋ ਗਿਆ, ਲੰਬੇ ਤੌਰ ਤੇ ਕਰਫਿਊ ਲੱਗ ਗਿਆ, ਜਿੰਨੇ ਲੀਡਰ ਸੀ ਉਹ ਜੇਲ੍ਹਾਂ 'ਚ ਡੱਕ ਦਿੱਤੇ ਗਏ, ਕੁਝ ਘਰਾਂ 'ਚ ਨਜ਼ਰਬੰਦ ਕਰ ਦਿੱਤੇ ਗਏ। ਉਹ ਸਾਰੇ ਪ੍ਰੋਸੈਸ ਤੋਂ ਬਾਅਦ ਫਿਰ ਲੱਗਦਾ ਸੀਗਾ ਕਿ ਥੋੜੇ ਟਾਈਮ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਰਮਲਾਈਜ਼ ਹੋਣਾ ਪਏਗਾ, ਜਾਂ ਨਾਰਮਲਾਈਜ਼ ਹੋ ਜਾਣਗੀਆਂ, ਜਾਂ ਸਰਕਾਰ ਬਾਅਦ ਵਿੱਚ ਇਹਨੂੰ ਜੇ ਕੋਈ ਇੱਕ ਹਿੱਸੇ ਨੂੰ ਵੱਖਰਾ ਕਰਦੀ ਹੈ, ਦੂਜੇ ਨੂੰ ਸਟੇਟ ਬਣਾ ਲਏਗੀ, ਤੇ ਇਲੈਕਸ਼ਨ ਹੋ ਜਾਊਗੀ, ਤੇ ਜ਼ਿੰਦਗੀ ਜਿਹੜੀ ਆ ਨਾਰਮਲ ਤਰੀਕੇ ਨਾਲ ਤੁਰ ਪੈਗੀ। ਪਰ ਕਰਦਿਆਂ ਨਾਲ ਹੀ ਉਹਦੇ ਵਿੱਚ ਕੋਵਿਡ ਦਾ ਆਗਮਨ ਹੋ ਜਾਂਦਾ। 19 ਦੀ ਇਹ ਘਟਨਾ ਆ ਅਗਸਤ ਦੀ, ਤੇ 20 ਦੀ ਜਨਵਰੀ ਫਰਵਰੀ ਤੋਂ ਕੋਵਿਡ ਸ਼ੁਰੂ ਹੋ ਗਿਆ, ਯਾਨੀ ਕਿ ਉਹ 4-5 ਮਹੀਨੇ ਹੋਏ ਸੀ ਉਸ ਘਟਨਾ ਨੂੰ। ਉਸ ਤੋਂ ਬਾਅਦ ਹੀ ਜਿਹੜਾ ਕਰੋਨਾ ਦਾ ਦੌਰ ਆ ਗਿਆ। ਬਿਲਕੁਲ। ਹੁਣ ਆਫਟਰ ਆਲ 2 ਸਾਲ ਹੋਣ ਵਾਲੇ ਆ, ਮਹੀਨੇ 2 ਰਹਿ ਗਏ ਜੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਸਾਰੇ ਲੀਡਰਾਂ ਨੂੰ, 14 ਲੀਡਰ ਉੱਥੇ ਜਿੰਨੀਆਂ ਵੀ ਧਿਰਾਂ ਹੈਗੀਆਂ ਸਾਰੀਆਂ ਨੂੰ ਬੁਲਾਇਆ, ਉਹ ਇੱਥੇ ਆਏ ਆ, ਤੇ ਉਹਨਾਂ ਨੇ ਮੁਲਾਕਾਤ ਕੀਤੀ ਆ। ਦੇਖਣ ਵਾਲੀ ਗੱਲ ਇਹ ਸੀ ਕਿ 2 ਵੱਡੀਆਂ ਰਾਸ਼ਟਰੀ ਪਾਰਟੀਆਂ ਬੀਜੇਪੀ ਤੇ ਕਾਂਗਰਸ, ਇਹਨਾਂ ਦੋਨਾਂ ਨੇ 370 ਨੂੰ ਬਹਾਲ ਕਰਨ ਦੀ ਮੰਗ ਨਹੀਂ ਕੀਤੀ, ਪਰ ਜਿਹੜੀਆਂ ਉੱਥੇ ਦੀਆਂ ਧਿਰਾਂ ਆ ਉਹਨਾਂ ਨੇ 370 ਦੀ ਬਹਾਲੀ ਦੀ ਮੰਗ ਕੀਤੀ ਆ, ਪਰ ਬਹੁਤ ਜ਼ੋਰ ਸ਼ੋਰ ਨਾਲ ਮੰਗ ਜਿਹੜੀ ਆ ਨਹੀਂ ਕੀਤੀ, ਕਿਉਂਕਿ ਉਹ 18-20 ਮਹੀਨੇ ਨਜ਼ਰਬੰਦ ਵੀ ਰਹੇ ਆ, ਤੇ ਉਹਨਾਂ ਨੂੰ ਇਹ ਵੀ ਸਮਝ ਆਈ ਆ ਕਿ ਜੇ ਸਰਕਾਰ ਨੇ ਇਹ ਜਿਹੜਾ ਕਦਮ ਚੁੱਕ ਲਿਆ ਤੇ ਹੁਣ ਇਹ ਤੋਂ ਪਿੱਛੇ ਨਹੀਂ ਹਟਣਾ। ਜੀ ਜੀ। ਪਰ ਉਹਦੇ ਨਾਲ ਉਹਨਾਂ ਨੇ ਇਹ ਗੱਲ ਸਾਰਿਆਂ ਨੇ ਡਿਮਾਂਡ ਕੀਤੀ ਆ ਕਿ ਇਲੈਕਸ਼ਨ ਹੋਣੀਆਂ ਚਾਹੀਦੀਆਂ, ਸਟੇਟ ਦਾ ਦਰਜਾ ਦੁਬਾਰਾ ਬਹਾਲ ਹੋਵੇ, ਲੋਕਾਂ ਦੀ ਜ਼ਿੰਦਗੀ ਦੇ ਜਿਹੜੇ ਪੱਧਰ ਆ ਉਹਦੇ ਵਿੱਚ ਕੁਝ ਚੇਂਜਸ ਆਉਣ, ਆਮ ਲੋਕਾਂ ਨੂੰ ਜਿਹੜੀ ਰੁਜ਼ਗਾਰ ਦੇ ਸਾਧਨ ਆ ਉਹ ਮਿਲਣ। ਗੁਲਾਮ ਨਬੀ ਆਜ਼ਾਦ ਕਾਂਗਰਸ ਤੋਂ ਸੀ, ਉਹਨਾਂ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਜਿਹੜੇ ਪੋਲੀਟੀਕਲੀ ਕੈਦੀ ਬਣਾਏ ਹੋਏ ਨੇ, ਨਜ਼ਰਬੰਦ ਕੀਤੇ ਹੋਏ ਨੇ, ਉਹਨਾਂ ਦੀ ਜਿਹੜੀ ਆ ਵਾਪਸੀ ਕੀਤੀ ਜਾਵੇ। ਜਦੋਂ ਅਸੀਂ ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਕਰਦੇ ਹਾਂ, ਤੇ ਬੜੀ ਵਾਰੀ ਦੇਖਣ 'ਚ ਆਉਂਦਾ ਕਿ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਆ ਉਹ ਦਾਬਾ ਬਣਾ ਕੇ ਰੱਖਦੀ ਹੈ ਸੂਬਿਆਂ ਤੇ। ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਅੱਜ ਵਿਲੱਖਣ ਜੀ ਖਬਰ ਹੋਰ ਵੀ ਆ, ਹਾਲਾਂਕਿ ਉਹ ਜੰਮੂ ਕਸ਼ਮੀਰ ਤੋਂ ਨਹੀਂ ਹੈਗੀ, ਉਹ ਤਾਮਿਲਨਾਡੂ ਦੇ ਵਿੱਚ ਡੀਐਮਕੇ ਦੀ ਨਵੀਂ ਸਰਕਾਰ ਬਣੀ ਹੈ। ਉਹਨਾਂ ਨੇ ਇੱਕ ਬੜਾ ਸੂਖਮ ਜਿਹਾ, ਬਹੁਤ ਛੋਟਾ ਜਿਹਾ, ਪਰ ਬਹੁਤ ਮਹੱਤਵਪੂਰਨ ਬਦਲਾਵ ਕੀਤਾ ਹੈ ਆਪਣੇ ਆਫਿਸ ਦੇ ਵਿੱਚ। ਤੁਸੀਂ ਵੀ ਨਿਊਜ਼ ਰੀਡਿੰਗ ਕਰਦੇ ਆ, ਜਾਂ ਇਹੋ ਜਿਹੀਆਂ ਵਿਚਾਰ ਚਰਚਾ 'ਚ ਬੈਠਦੇ ਆ, ਪੋਲਿਟਿਕਸ ਨੂੰ ਤੁਸੀਂ ਕਾਫੀ ਦੇਰ ਤੋਂ ਸਟੱਡੀ ਕਰਦੇ ਆ, ਮੈਂ ਵੀ ਆਪਣੇ ਆਪ ਨੂੰ ਸਮਝਦਾ ਕਿ ਸਾਨੂੰ ਥੋੜੀ ਬਹੁਤ ਜਾਣਕਾਰੀ ਇਸ ਵਿਸ਼ੇ ਦੀ ਹੈ। ਤੁਸੀਂ ਲਗਭਗ 20 ਸਾਲ ਤੋਂ ਮੈਂ ਕੇਂਦਰ ਸਰਕਾਰ ਹੀ ਸ਼ਬਦ ਵਰਤਦਾ ਸੀ, ਪਰ ਤਾਮਿਲਨਾਡੂ ਸਰਕਾਰ ਨੇ ਆਪਣੇ ਮਤੇ 'ਚ ਪਾ ਕੇ ਗੱਲ ਕਹੀ ਆ ਕਿ ਸੰਵਿਧਾਨ ਦੇ ਵਿੱਚ ਕੇਂਦਰ ਸਰਕਾਰ ਦਾ ਸ਼ਬਦ ਹੀ ਹੈ ਨਹੀਂ। ਬਿਲਕੁਲ ਜੀ, ਕਿਉਂ? ਉਹਨਾਂ ਨੇ ਕਿਹਾ ਕਿ ਸ਼ਬਦ ਯੂਨੀਅਨ ਗਵਰਨਮੈਂਟ ਆ, ਸੰਘੀ ਸਰਕਾਰ ਆ। ਅੱਛਾ। ਕੇਂਦਰ ਦੀ ਕੋਈ ਸਰਕਾਰ ਨਹੀਂ, ਯੂਨੀਅਨ ਦੀ ਸਰਕਾਰ ਹੈ। ਡੈਮੋਕ੍ਰੈਟਿਕ ਜਿਹੜਾ ਸਾਡਾ ਸੈਟਅਪ ਆ ਉਹ ਡਿਊਲ ਫਾਰਮ ਆਫ ਗਵਰਨਮੈਂਟ ਹੈ। ਰਾਜਾਂ ਦੀਆਂ ਆਪਣੀਆਂ ਸਰਕਾਰਾਂ ਆ, ਰਾਜਾਂ ਦੀਆਂ ਸਰਕਾਰਾਂ ਤੋਂ ਬਾਅਦ ਇੱਕ ਸੰਘ ਦੀ, ਉਹਨਾਂ 26, 27, 28 ਜਿੰਨੀਆਂ ਵੀ ਸਟੇਟਸ ਆ ਉਹਨਾਂ ਦੀ ਇੱਕ ਉੱਪਰ ਇੱਕ ਹੋਰ ਸਰਕਾਰ। ਉਹਨਾਂ ਨੇ ਇਹ ਕਿਹਾ ਕਿ ਅਸੀਂ ਜਦੋਂ ਵੀ ਕੇਂਦਰ ਨਾਲ ਕੋਈ ਵਾਰਤਾਲਾਪ ਕਰਾਂਗੇ, ਜਦੋਂ ਵੀ ਕੋਈ ਚਿੱਠੀ ਪੱਤਰ ਭੇਜਾਂਗੇ, ਤੇ ਸ਼ਬਦ ਸੈਂਟਰ ਸਰਕਾਰ ਨਹੀਂ ਲਿਖਾਂਗੇ, ਯੂਨੀਅਨ ਗਵਰਨਮੈਂਟ ਲਿਖਾਂਗੇ। ਜੀ। ਸੋ ਇਹ ਸਰਕਾਰ, ਇਹ ਸ਼ਬਦ ਜਿਹੜੇ ਆ, ਹਾਲਾਂਕਿ ਲੱਗੂਗਾ ਦਰਸ਼ਕਾਂ ਨੂੰ ਕਿ ਇਹ ਕੁਝ ਇਹਦੇ 'ਚ ਕੀ ਗੱਲ ਹੈ, ਪਰ ਗੱਲ ਬੜੀ ਵੱਡੀ ਆ।
ਕਿ ਇਹ ਸਰਕਾਰ ਜਿਹੜੀ ਆ ਉਹ ਦਾਬਾ ਮਾਰਨ ਦੀ ਕੋਸ਼ਿਸ਼ ਨਾ ਕਰੇ। ਦੋਨੋਂ ਸਰਕਾਰਾਂ ਬਰਾਬਰ ਦੀ ਇੰਪੋਰਟੈਂਸ ਰੱਖਦੀਆਂ। ਅਲਬੱਤਾ ਜੇ ਅਸੀਂ ਇਹਨੂੰ ਹੋਰ ਡੂੰਘੇ ਹੋ ਕੇ ਦੇਖੀਏ, ਜੇ ਰਾਜਨੀਤਿਕ ਨਜ਼ਰੀਏ ਤੋਂ ਨਾ ਦੇਖ ਕੇ ਜੇ ਲੋਕਾਂ ਦੇ ਨਜ਼ਰੀਏ ਤੋਂ ਦੇਖੀਏ, ਤਾਂ ਜਿਹੜਾ ਸਟੇਟ ਦੀ ਸਰਕਾਰ ਆ ਉਹ ਜ਼ਿਆਦਾ ਮਹੱਤਵਪੂਰਨ ਚੀਜ਼ ਹੈ ਜੀ। ਜਦੋਂ ਅਸੀਂ ਭਾਰਤ ਦੀ ਇਤਿਹਾਸ ਵੱਲ ਜਾਣੇ ਤੇ ਰਾਜਨੀਤੀ ਦੀ ਗੱਲ ਕਰੀਏ, ਤੇ ਉਸ ਤੋਂ ਵੀ ਪਹਿਲਾਂ ਜਦੋਂ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਨੇ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਭ ਤੋਂ ਇੰਪੋਰਟੈਂਟ ਕੜੀ ਜਿਹੜਾ ਆ ਰਾਜਨੀਤੀ ਦੇ ਵਿੱਚ ਪਿੰਡ ਆ। ਸਭ ਤੋਂ ਜਿਹੜੀ ਇੰਪੋਰਟੈਂਟ ਸਰਕਾਰ ਆ ਉਹ ਪੰਚਾਇਤ ਆ। ਉਹਨਾਂ ਨੇ ਹਮੇਸ਼ਾ ਪਾਵਰਸ ਦਾ ਜਿਹੜਾ ਡੀਸੈਂਟਰਲਾਈਜੇਸ਼ਨ ਕਰਨ ਦੀ ਗੱਲ ਕੀਤੀ ਕਿ ਪੰਚਾਇਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ, ਤਾਂ ਜੋ ਉਹ ਪਿੰਡ, ਕਿਉਂਕਿ ਛੋਟੀ ਇਕਾਈ ਆ, ਉੱਥੇ ਕੰਮ ਕਰਨਾ ਤੇ ਯੋਜਨਾਵਾਂ ਨੂੰ ਲਾਗੂ ਕਰਨਾ ਉੱਥੋਂ ਸ਼ੁਰੂ ਹੋਣਾ। ਜਿੰਨੇ ਵੀ ਸਾਡੇ ਲੀਡਰ ਜਦੋਂ ਵੀ ਬੋਲਦੇ ਆ ਉਹ ਇਹੀ ਗੱਲ ਕਹਿੰਦੇ ਆ ਕਿ ਜਿਹੜੀਆਂ ਵੀ ਯੋਜਨਾਵਾਂ ਯੂਨੀਅਨ ਸਰਕਾਰ ਬਣਾਉਂਦੀ ਆ ਉਹਦਾ ਫਾਇਦਾ ਲਾਈਨ 'ਚ ਖੜੇ ਅਖੀਰਲੇ ਵਿਅਕਤੀ ਤੱਕ ਮਿਲਣਾ ਚਾਹੀਦਾ। ਪਰ ਫਿਰ ਜਦੋਂ ਅਸੀਂ ਕੇਂਦਰ ਦੇ ਵਿੱਚ ਸਰਕਾਰ ਬਣਾਉਂਦੇ ਆ, ਯੂਨੀਅਨ ਗਵਰਨਮੈਂਟ ਬਣਦੀ ਆ, ਤੇ ਉਹਨਾਂ ਨੂੰ ਉਹ ਯੂਨੀਅਨ ਗਵਰਨਮੈਂਟ ਨਾ ਹੋ ਕੇ ਆਪਣੇ ਆਪ ਨੂੰ ਸਾਰੇ ਦੇਸ਼ ਦੀ ਸਰਕਾਰ ਸਮਝਦੇ ਨੇ। ਸੋ ਇਹ ਜਿਹੜਾ ਕੁਝ ਪਰਿਵਰਤਨ ਆ ਢਾਂਚੇ ਦੇ ਵਿੱਚ ਜਾਂ ਸਰਕਾਰਾਂ ਦੀ ਜਿਹੜੀ ਸੋਚ ਆ ਉਹਦੇ 'ਚ ਆ। ਜੰਮੂ ਕਸ਼ਮੀਰ ਦੇ ਵਿੱਚ ਉਹ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਸੀਟਾਂ ਦਾ ਜਿਹੜਾ ਪੁਨਰਗਠਨ ਹੋ ਰਿਹਾ ਜੰਮੂ ਐਂਡ ਕਸ਼ਮੀਰ ਦਾ, ਜਿੱਦਾਂ ਹੀ ਉਹ ਡੀਸੈਂਟਰਲਾਈਜ਼ ਜਿਹੜਾ ਸੀਗਾ ਡੀਲਿਮਿਟੇਸ਼ਨ ਕਮਿਸ਼ਨ ਜਿਹੜਾ ਹੈ ਉਹ ਆਪਣੀ ਰਿਪੋਰਟ ਦਿੰਦਾ, ਉਸ ਤੋਂ ਬਾਅਦ ਅਸੀਂ ਛੇਤੀ ਚੋਣਾਂ ਕਰਾਉਣ ਦੀ ਗੱਲ ਕਰਦੇ ਹਾਂ। ਉਹਨਾਂ ਨੇ ਉੱਥੇ ਰਾਜਪਾਲ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਵੀ ਪ੍ਰਸ਼ੰਸਾ ਕੀਤੀ ਕਿ ਸਾਰਾ ਕੁਝ ਅੱਗੇ ਨਾਲੋਂ ਕਾਫੀ ਠੀਕ ਹੋ ਰਿਹਾ। ਪਰ ਅਸੀਂ ਬੀਤੇ 'ਚ ਵੀ ਗੱਲ ਕਰ ਹਟੇ ਹਾਂ ਕਿ ਜਦੋਂ ਤੋਂ ਇਹ ਜਿਹੜਾ ਸਿਸਟਮ ਉੱਥੇ ਸਰਕਾਰ ਨੂੰ ਭੰਗ ਕਰਨ ਤੋਂ ਬਾਅਦ ਜਦੋਂ ਉੱਥੇ ਦੂਸਰੀ ਗਵਰਨਰ ਰਾਜ ਲਾਇਆ, ਜਿਹੜੀ ਸ਼ਾਂਤੀ ਦੀ ਪ੍ਰਕਿਰਿਆ ਉਹਦੇ 'ਚ ਕੁਝ ਬਹੁਤਾ ਫਰਕ ਨਹੀਂ ਪਿਆ। ਅੱਤਵਾਦੀਆਂ ਘਟਨਾਵਾਂ ਜਿਹੜੀਆਂ ਉਦਾਂ ਹੀ ਹਾਲੇ ਵੀ ਜਾਰੀ ਹੈ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਮੋਦੀ ਸਾਹਿਬ ਆਪਣੇ ਕਹੇ ਦੇ ਉੱਤੇ ਕਿੱਦਾਂ ਉਹ ਕਰਦੇ ਆ ਤੇ ਕਿੱਥੇ ਤੱਕ ਗੱਲ ਪਹੁੰਚਦੀ। ਜੀ ਬਿਲਕੁਲ ਜੀ। ਸ਼ਰਮਾ ਜੀ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕਿਸੇ ਨੇ ਬਹੁਤਾ ਜ਼ੋਰ ਪਾ ਕੇ ਇਹ ਨਹੀਂ ਕਿਹਾ ਕਿ 370 ਨੂੰ ਮੁੜ ਲਾਗੂ ਕਰ ਦਿਓ। ਕਿਤੇ ਉਹਦਾ ਕਾਰਨ ਕਿਸਾਨ ਅੰਦੋਲਨ ਤੇ ਨਹੀਂ ਵੀ ਉਹਨਾਂ ਦੀ ਨਹੀਂ ਸੁਣੀ ਤੇ ਸਾਡੀ ਕਿੱਥੋਂ ਸੁਣ ਲੈਣਗੇ? ਸਵਲੀਨ ਜੀ, ਗੱਲ ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਅਖਬਾਰਾਂ ਨੇ ਬਿਆਨ ਛਾਪਿਆ ਆ ਕਿ ਬਾਹਰ ਆਣ ਕੇ ਜਿਹੜੇ ਜੰਮੂ ਕਸ਼ਮੀਰ ਦੇ ਲੀਡਰ ਸੀਗੇ ਉਹਨਾਂ ਨੇ ਉੱਥੇ ਦੀ ਸਥਿਤੀ ਦੱਸੀ ਆ, ਤੇ ਉਹਨਾਂ ਨੇ ਵੀ ਇਹ ਕਿਹਾ ਆ ਵੀ ਦਿੱਲੀ ਦੀ ਦੂਰੀ ਨਾਲੋਂ ਦਿਲਾਂ ਦੀ ਦੂਰੀ ਜਿਹੜੀ ਆ ਉਹ ਨੇੜੇ ਕਰਨ ਦੀ ਜ਼ਰੂਰਤ ਆ। ਹੁਣ ਆਪਾਂ ਦੇਖਦੇ ਆ ਕਿ ਜਿਹੜੀ ਬੀਜੇਪੀ ਤੇ ਕਾਂਗਰਸ ਆ ਉਹ ਤਾਂ ਸੈਂਟਰਲਾਈਜ਼ ਪਾਰਟੀਆਂ ਆ, ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਆਪਣਾ ਅਸਤਿਤਵ ਆ। ਜਿਹੜੀਆਂ ਉੱਥੇ ਦੀਆਂ ਜੰਮੂ ਕਸ਼ਮੀਰ ਦੀਆਂ ਲੋਕਲ ਪਾਰਟੀਆਂ, ਜਿਨ੍ਹਾਂ ਵਿੱਚ ਫਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਤੇ PDP ਮੁਫਤੀ ਮੁਹੰਮਦ ਅਲੀ ਜਿਹੜੀ ਸੀਗੀ ਉਹਦੀ ਲੜਕੀ ਇਸ ਵੇਲੇ ਸੁਪਰੀਮੋ ਹੈੱਡ ਆ। ਉਸ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਜਿਹੜੇ ਕਾਂਗਰਸ ਵੱਲੋਂ ਉੱਥੇ ਕੱਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ, ਤੇ ਪੀਪਲ ਡੈਮੋਕ੍ਰੇਟਿਕ ਪਾਰਟੀ ਜਿਹੜੀ ਆ ਸੁਪਰੀਮੋ ਬੀਬੀ ਮਹਿਬੂਬਾ ਮੁਫਤੀ ਜੀ। ਇਹ ਸਾਰੇ ਜਿਹੜੇ ਲੋਕਲ ਲੀਡਰ ਆ, ਲੋਕਲ ਲੀਡਰਾਂ ਨੇ ਜਿਹੜਾ ਉੱਥੇ ਆਪਣੀ ਮੀਟਿੰਗ ਦੇ ਵਿੱਚ ਆਣ ਕੇ ਤਕਰੀਬਨ ਇਹਨਾਂ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਆ ਵੀ 370 ਦੀ ਬਹਾਲੀ ਹੋਣੀ ਚਾਹੀਦੀ ਆ, ਤੇ 370 ਦੀ ਬਹਾਲੀ ਹੋਣ ਦੀ ਆ ਤਾਂ ਜਿਹੜੇ ਸਟੇਟ ਨੂੰ ਜਿਹੜਾ ਪਹਿਲਾ ਦਰਜਾ ਮਿਲਦਾ ਆ ਤੇ ਉਸ ਦਰਜੇ ਦੇ ਅਨੁਸਾਰ ਫਿਰ ਦੁਬਾਰਾ ਜਿਹੜੀ ਆ ਉਹ ਇਲੈਕਸ਼ਨ ਕਰਾਈ ਜਾਵੇ। ਇਹ ਸਾਰੇ ਪ੍ਰੋਸੈਸ ਨੂੰ ਆਪਾਂ ਦੇਖਦੇ ਆ ਕਿ ਜਿਹੜੀ ਅਪੀਲ ਕਰਨ ਤੋਂ ਬਾਅਦ ਵੀ ਸੈਂਟਰ ਸਰਕਾਰ ਨੇ, ਯੂਨੀਅਨ ਗਵਰਨਮੈਂਟ ਨੇ, ਜਿੱਦਾਂ ਸ਼ਰਮਾ ਜੀ ਦੱਸਿਆ ਆ, ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਇਹਨਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਹੈਗਾ ਕਿ ਅਸੀਂ 370 ਦੀ ਬਹਾਲੀ ਕਰਾਂਗੇ। ਬਿਲਕੁਲ ਸਾਹਿਬ, ਅਸੀਂ ਵਾਪਸ ਆ ਕੇ ਇਸੇ ਮੁੱਦੇ ਤੇ ਗੱਲ ਕਰਦੇ ਹਾਂ। ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਜੀ, ਅਸੀਂ ਗੱਲ ਕਰ ਰਹੇ ਸੀ ਜਿਹੜੀ ਪ੍ਰਧਾਨ ਮੰਤਰੀ ਦੀ ਬੈਠਕ ਹੋਈ ਹੈ 14 ਰਾਜਨੀਤਿਕ ਨੇਤਾਵਾਂ ਨਾਲ, ਤੇ ਉਹਦੇ ਬਾਰੇ ਸਾਨੂੰ ਦੱਸੋ। ਸਵਲੀਨ ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਜੰਮੂ ਕਸ਼ਮੀਰ ਦੇ ਜਿਹੜੇ ਲੋਕਲ ਲੀਡਰ ਆ, ਜਿਹੜੀਆਂ ਲੋਕਲ ਪਾਰਟੀਆਂ, ਸਥਾਨਕ ਪਾਰਟੀਆਂ, ਉਹਨਾਂ ਨੇ ਬੜੀ ਜ਼ੋਰ ਦੇ ਕੇ ਗੱਲ ਕਹੀ ਆ ਵੀ 370 ਦੀ ਬਹਾਲੀ ਹੋਣੀ ਚਾਹੀਦੀ ਆ, ਔਰ 370 ਦੀ ਬਹਾਲੀ ਤੋਂ ਬਾਅਦ ਜਿਹੜੇ ਜੰਮੂ ਕਸ਼ਮੀਰ ਨੂੰ ਪਹਿਲਾਂ ਸਾਰੇ ਹੱਕ ਮਿਲਦੇ ਸੀ ਉਹ ਸਾਰੇ ਹੱਕ ਮਿਲਣੇ ਚਾਹੀਦੇ ਆ, ਜਿਹਦੇ ਵਿੱਚ ਫਰੂਕ ਅਬਦੁੱਲਾ ਨੇ ਵੀ ਇਹ ਕਿਹਾ ਵੀ ਅਸੀਂ ਕਾਨੂੰਨੀ ਪੱਖ ਤੋਂ ਅਸੀਂ ਕਾਨੂੰਨੀ ਲੜਾਈ ਇਸ ਮੰਗ ਲਈ ਹਮੇਸ਼ਾ ਲੜਦੇ ਰਹਾਂਗੇ। ਤੇ ਨਾਲ ਮਹਿਬੂਬਾ ਮੁਫਤੀ ਨੇ ਸਭ ਨੂੰ ਵੱਡੀ ਗੱਲ ਕਹੀ ਆ ਕਿ ਸਮਾਂ ਪੈਣ ਤੇ, ਲੋੜ ਪੈਣ ਤੇ, ਜੇ ਜੰਮੂ ਕਸ਼ਮੀਰ ਦੇ ਸ਼ਾਂਤੀ ਲਈ ਜੇ ਪਾਕਿਸਤਾਨ ਨਾਲ ਵੀ ਦੁਬਾਰਾ ਗੱਲ ਸ਼ੁਰੂ ਕਰਨੀ ਪਵੇ ਤਾਂ ਸਾਨੂੰ ਉਹ ਕਰ ਲੈਣੀ ਚਾਹੀਦੀ ਹੈ। ਤੇ ਉਸ ਦੇ ਨਾਲ ਜਿਹੜੇ ਪੀਪਲ ਕਾਨਫਰੰਸ ਦੇ ਮੁਜ਼ੱਫਰ ਬੇਗ ਹੁਸੈਨ ਆ, ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਭ ਨੂੰ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ 370 ਦੀ ਬਹਾਲੀ, ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਜਿਹੜਾ ਪੂਰਨ ਤੌਰ ਤੇ ਮਿਲੇ, ਕਿਉਂਕਿ ਜਿਹੜਾ ਪਿਛਲੇ 5 ਅਗਸਤ ਨੂੰ 2019 ਨੂੰ ਫੈਸਲਾ ਮੋਦੀ ਸਰਕਾਰ ਨੇ ਕੀਤਾ ਸੀ, ਉਹਦੇ ਵਿੱਚ ਲੇਹ ਲਦਾਖ ਜਿਹੜਾ ਸੀ ਉਹ ਸੈਪਰੇਟ ਸੂਬਾ ਬਣਾਤਾ। ਜੰਮੂ ਕਸ਼ਮੀਰ ਜਿਹੜਾ ਆ ਉਹ
ਕੇਂਦਰ ਦੇ ਅਧੀਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ ਵੀ ਪੂਰੇ ਜੰਮੂ ਕਸ਼ਮੀਰ ਨੂੰ ਪਹਿਲਾਂ ਦੀ ਤਰ੍ਹਾਂ ਇਕੱਠਾ ਕਰਕੇ ਉਹਨੂੰ ਪਹਿਲਾਂ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ। ਉਸ ਤੋਂ ਬਾਅਦ ਲੋਕਤੰਤਰਿਕ ਢੰਗ ਦੇ ਨਾਲ ਜਿਹੜੀ ਆ ਵੋਟਰ ਸੂਚੀਆਂ ਸੋਧ ਹੋਣੀ ਆ, ਵੋਟਰ ਸੂਚੀਆਂ ਦੇ ਵਿੱਚ ਸੋਧ ਕਰਕੇ ਫਿਰ ਦੁਬਾਰਾ ਜਿਹੜੀ ਇਲੈਕਸ਼ਨ ਆ ਉਹ ਆਜ਼ਾਦ ਹਸਤੀ ਦੇ ਵਿੱਚ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਇਸ ਵੇਲੇ ਸੁਰੱਖਿਆ ਏਜੰਸੀਆਂ ਦੇ ਗੰਨਾਂ ਦੇ ਥੱਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰੱਖਿਆ ਜਾ ਰਿਹਾ ਆ, ਇਸ ਤਰ੍ਹਾਂ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਆ ਕਿ ਇਸ ਤਰ੍ਹਾਂ ਆਜ਼ਾਦਾਨਾ ਇਲੈਕਸ਼ਨ ਹੋਣੀ ਜਿਹੜੀ ਆ ਜਾਂ ਚੋਣ ਹੋਣੀ ਆ ਉਹ ਲੋਕਤੰਤਰ ਦੇ ਹਿੱਤ 'ਚ ਹੈ ਨਹੀਂ ਗੀ। ਆਪਾਂ ਦੇਖਦੇ ਹਾਂ ਕਿ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਲੀਡਰਾਂ ਨੇ ਕੀਤੀਆਂ ਆ ਉਹਦੇ ਵਿੱਚ ਜ਼ਿਆਦਾ ਉਹਨੇ ਜ਼ੋਰ ਇਸ ਗੱਲ ਤੇ ਦਿੱਤਾ ਹੈ ਕਿ ਜੰਮੂ ਕਸ਼ਮੀਰ ਨੂੰ ਪਹਿਲਾਂ ਆਜ਼ਾਦਾਨਾ ਹਸਤੀ ਦਿੱਤੀ ਜਾਵੇ। ਆਜ਼ਾਦ ਜਿਹੜਾ ਉਹਨਾਂ ਦੀ 370 ਦੇ ਨਾਲ 135 ਧਾਰਾ ਦੀ ਵੀ ਜਿਹੜੀ ਉਹਨੇ ਗੱਲ ਕੀਤੀ, ਸਾਨੂੰ ਉਹ ਜਿਹੜਾ ਹੱਕ ਚਾਹੀਦਾ ਆ, ਪਰ ਲੱਗਦਾ ਨਹੀਂ ਕਿ ਮੋਦੀ ਸਰਕਾਰ ਇਹ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੂਗੀ। ਹਾਂ, ਇਹ ਲੱਗ ਰਿਹਾ ਆ ਕਿ ਜਿਵੇਂ ਕਿ ਕਸ਼ਮੀਰ ਵੈਲੀ ਜਿਹੜੀ ਆ ਉਹਦੇ ਵਿੱਚ ਜਿਹੜੀ ਪਾਰਟੀ ਜਿੱਤ ਜਾਂਦੀ ਸੀਗੀ ਉਧਰ ਸੀਟਾਂ ਜ਼ਿਆਦੀਆਂ ਸੀ, ਜੰਮੂ ਵਾਲੀ ਸਾਈਡ ਸੀਟਾਂ ਘੱਟ ਸੀਗੀਆਂ। ਜਿਹੜੀ ਜੰਮੂ ਘਾਟੀ ਦੇ ਕਸ਼ਮੀਰ ਘਾਟੀ ਦੇ ਵਿੱਚ ਪਾਰਟੀ ਆਪਣਾ ਦਬਦਬਾ ਲੈ ਜਾਂਦੀ ਸੀ ਜਾਂ ਸੀਟਾਂ ਜ਼ਿਆਦੀਆਂ ਲੈ ਜਾਂਦੀ ਸੀ, ਤਕਰੀਬਨ ਸਰਕਾਰ ਉਹਦੀ ਬਣ ਜਾਂਦੀ ਸੀ ਤੇ ਜੰਮੂ ਦੀਆਂ ਜਿਹੜੀਆਂ ਸੀਟਾਂ ਘੱਟ ਹੋਣ ਕਰਕੇ ਉਹਦੀ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਦੇ ਵਿੱਚ ਵੈਲਿਊ ਘੱਟ ਪੈਂਦੀ ਸੀ। ਪਰ ਬੀਜੇਪੀ ਜਾਂ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਯੂਨੀਅਨ ਗਵਰਨਮੈਂਟ ਹੁਣ ਇਹ ਚਾਹੁੰਦੀ ਆ ਕਿ ਜਿਹੜੀ ਦੁਬਾਰਾ ਹੀ ਚੋਣ ਸੂਚੀਆਂ ਤਿਆਰ ਕਰਨੀਆਂ ਆ, ਹਲਕਾ ਬੰਦੀ ਨਵੀਂ ਦੁਆਰਾ ਤਿਆਰ ਕਰਨੀ ਆ, ਉਹਦੇ ਵਿੱਚ ਜਿਹੜਾ ਸੀਟਾਂ ਦਾ ਬੈਲੈਂਸ ਆ ਉਹਦੇ ਵਿੱਚ ਜੰਮੂ ਕਸ਼ਮੀਰ ਦਾ ਵੀ ਜਿਹੜਾ ਪੱਖ ਆ ਜਾਂ ਜੰਮੂ ਕਸ਼ਮੀਰ ਦੀਆਂ ਸੀਟਾਂ ਦਾ ਸੰਤੁਲਨ ਆ ਉਹ ਜ਼ਿਆਦਾ ਰੱਖਿਆ ਜਾਵੇ। ਜ਼ਿਆਦਾ ਰੱਖਣ ਦੇ ਨਾਲ ਕਿਉਂਕਿ ਜੰਮੂ ਦੇ ਵਿੱਚ ਹਿੰਦੂ ਬਹੁਲਤਾ ਵਾਲਾ ਜਾਂ ਸਿੱਖ ਬਹੁਲਤਾ ਵਾਲਾ ਭਾਈਚਾਰਾ ਜ਼ਿਆਦਾ ਰਹਿੰਦਾ ਆ, ਕਸ਼ਮੀਰ ਦੇ ਵਿੱਚ ਮੁਸਲਿਮ ਭਾਈਚਾਰਾ ਜ਼ਿਆਦਾ ਰਹਿੰਦਾ ਆ, ਤੇ ਉਹ ਹੁਣ ਬੀਜੇਪੀ ਦੀ ਇਹ ਕੋਸ਼ਿਸ਼ ਹੋਊਗੀ, ਸਰਕਾਰ ਦੀ ਇਹ ਕੋਸ਼ਿਸ਼ ਹੋਊਗੀ ਕਿ ਦੋਨਾਂ ਸੂਬਿਆਂ ਦੀ ਜਿਹੜੀ ਰਾਜਨੀਤਿਕ ਤੌਰ ਤੇ ਗਿਣਤੀ ਮਿਣਤੀ ਬਣਨੀ ਆ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕਸ਼ਮੀਰ ਦੇ ਜ਼ਿਆਦਾ ਮੁਸਲਿਮ ਤਬਕਾ ਆ ਉਹ ਸੱਤਾ ਦੇ ਵਿੱਚ ਕਾਬਜ ਹੋਣ ਲਈ ਉਹਨਾਂ ਲਈ ਕੋਈ ਰਸਤਾ ਬਚੇ ਨਾ। ਪਰ ਫਿਰ ਵੀ ਦੇਖਦੇ ਆ ਕਿ ਜਿਸ ਤਰ੍ਹਾਂ ਗੰਦ ਦੇ ਨਾਲ ਉੱਥੇ ਪਿਛਲੇ ਪੌਣੇ 2 ਸਾਲ ਤੋਂ ਲੋਕਾਂ ਨੂੰ ਇੱਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਆ, ਉਹ ਜਿਹੜਾ ਮਾਹੌਲ ਆ ਉਹ ਖਤਮ ਹੋਣਾ ਚਾਹੀਦਾ। ਇਹ ਆਮ ਲੋਕਾਂ ਨੇ ਸ਼ੁਰੂਆਤੀ ਦੌਰ 'ਚ ਵੀ ਮੰਗ ਕੀਤੀ ਤੇ ਲੀਡਰਾਂ ਨੇ ਵੀ ਇਹੀ ਮੰਗ ਕੀਤੀ ਆ। ਹੁਣ ਦੇਖਦੇ ਆ ਕਿ ਸਰਕਾਰ ਜਿਹੜੀ ਦਿੱਲੀ ਤੋਂ ਲੈ ਕੇ ਕਸ਼ਮੀਰ ਤੱਕ ਦੀਆਂ ਦੂਰੀਆਂ ਉਹ ਕਿੱਦਾਂ ਘਟਾਉਂਦੀ ਆ ਤੇ ਦਿੱਲੀ ਕਸ਼ਮੀਰ ਦੇ ਲੋਕਾਂ ਦੇ ਵਿੱਚ ਦਿਲ ਦੇ ਵਿੱਚ ਇਹ ਸਰਕਾਰ ਕਿੱਦਾਂ ਆਪਣਾ ਸਥਾਨ ਬਣਾਉਂਦੀ ਹੈ। ਜੀ, 1 ਮਿੰਟ ਲਈ ਬਹੁਤ ਸੋਹਣੀ ਗੱਲ ਉਹਨਾਂ ਨੇ ਕੀਤੀ ਆ। ਪ੍ਰਧਾਨ ਮੰਤਰੀ ਨੇ ਗੱਲਾਂ ਬਹੁਤ ਸੋਹਣੀਆਂ ਕਰਦੇ ਨੇ, ਵਨ ਲਾਈਨਰ ਉਹਨਾਂ ਦੇ ਜਿਹੜਾ ਵੀ ਬੰਦਾ ਲਿਖਦਾ ਬਹੁਤ ਸੋਹਣੇ ਆ ਕਿ ਦਿੱਲੀ ਦੀ ਦੂਰੀ ਤੇ ਦਿਲ ਦੀ ਦੂਰੀ ਜਿਹੜੀ ਉਹ ਘਟਣੀ ਚਾਹੀਦੀ ਹੈ। ਪਰ ਇਸ ਦੂਰੀ ਨੂੰ ਘਟਾਉਣ ਲਈ ਸਵਲੀਨ ਜੀ ਉਹਨਾਂ ਨੇ ਬਹੁਤ ਲੰਬਾ ਟਾਈਮ ਲਾਇਆ, 20 ਮਹੀਨੇ ਲਾਤੇ। ਤੇ ਗੱਲ ਇਹ ਵੀ ਆ ਕਿ ਜੇ 370 ਉਹਨਾਂ ਨੇ ਖਤਮ ਕਰਨੀ ਸੀ ਤੇ ਇਹੀ ਜਿਹੜੀ ਮੀਟਿੰਗ ਆ ਉਹ ਖਤਮ ਕਰਨ ਤੋਂ ਪਹਿਲਾਂ ਕਰ ਲੈਂਦੇ। ਜੇ ਪਹਿਲਾਂ ਨਹੀਂ ਕਰਨੀ ਸੀ ਤੇ ਉਹਨਾਂ ਬੰਦਿਆਂ ਨੂੰ ਇੰਨੇ ਮਹੀਨੇ ਤਾੜੀ ਰੱਖਿਆ, ਉਹ ਤੋਂ ਤੁਰੰਤ ਬਾਅਦ ਵੀ ਹੋ ਸਕਦੀ ਸੀ। ਉਹ ਬੰਦੇ ਇਹਨਾਂ ਤੋਂ ਭੱਜਦੇ ਨਹੀਂ ਸੀ ਜਾਂ ਭਾਜੂ ਨਹੀਂ ਸੀ। ਜੇ ਲੋਕਤੰਤਰ ਪ੍ਰਕਿਰਿਆ ਦੀ ਬਹਾਲੀ ਤੇ ਕਰਨੀ ਪੈਣੀ, ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਸਾਰੇ ਮੁਲਕ ਨੂੰ ਨਹੀਂ ਚਲਾ ਸਕਦੇ। ਇੱਕ ਬੜੀ ਪੁਰਾਣੀ ਇਤਿਹਾਸ ਆ ਉਸ ਸਟੇਟ ਦਾ, ਉਸ ਸਟੇਟ ਦੇ ਵਿੱਚ ਤੁਸੀਂ ਚੋਣਾਂ ਕਰਾਓ, ਸੀਟਾਂ ਦੀ ਤੁਸੀਂ ਪਰਿਸੀਮਨ ਜਿਹੜੀ ਆ ਸੀਮਾਵਾਂ ਆ ਉਹ ਦੁਬਾਰਾ ਤੈਅ ਕਰਨੀਆਂ ਆ, ਉਹ ਕੋਈ ਵੱਡੀ ਗੱਲ ਨਹੀਂ। ਦੂਸਰੀ ਗੱਲ ਇਹ ਆ ਕਿ ਉਹਨਾਂ ਜਿਹੜੀਆਂ ਵੀ ਉੱਥੇ ਦੀਆਂ ਪਾਰਟੀਆਂ ਆ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਪੈਣੀ ਆ ਕਿ ਜੇ ਤੁਸੀਂ ਕਹੋਗੇ ਕਿ 370 ਵਾਪਸ ਨਹੀਂ ਆਉਣੀ, ਕਾਨੂੰਨੀ ਪ੍ਰਕਿਰਿਆ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ, ਜੇ ਅੱਜ ਉਸ ਗੱਲ ਦੀ ਗੱਲ ਕਰੀਏ ਤੇ 25 ਤੋਂ ਜ਼ਿਆਦਾ ਪਟੀਸ਼ਨਾਂ ਜਿਹੜੀਆਂ ਆ ਸੁਪਰੀਮ ਕੋਰਟ ਦੇ ਵਿੱਚ ਧਾਰਾ 370 ਨੂੰ ਤੋੜਨ ਦੇ ਲੈ ਕੇ ਉਹਦੇ ਵਿਰੋਧ 'ਚ ਦਾਇਰ ਹੈ। ਕੋਰਟ ਉਹਦੇ 'ਚ ਕੀ ਕਰੂਗੀ? ਜਦੋਂ ਤੁਸੀਂ ਸੰਵਿਧਾਨ ਦੇ ਵਿੱਚ ਦੇਖਦੇ ਆ ਉਹ ਕੋਰਟ ਦੀ ਆਪਣਾ ਪ੍ਰੋਸੈਸ ਆ, ਕੇਂਦਰ ਸਰਕਾਰ ਦਾ ਆਪਣਾ ਪ੍ਰੋਸੈਸ ਆ, ਤੇ ਉੱਥੋਂ ਦੀ ਜਿਹੜੀਆਂ ਸਰਕਾਰਾਂ ਆ ਉਹਨਾਂ ਦਾ ਰਾਜਨੀਤੀ ਦੀ ਮੁੱਖ ਧਾਰਾ ਦੇ ਵਿੱਚ ਆਉਣ ਲਈ ਆਪਣਾ ਪ੍ਰੋਸੈਸ ਹੈ। ਪਰ ਸਭ ਤੋਂ ਜ਼ਰੂਰੀ ਚੀਜ਼ ਹੈਗੀ ਆ ਉੱਥੇ ਦੇ ਲੋਕਾਂ ਦਾ ਭਲਾ ਹੋਣਾ, ਉਹਨਾਂ ਦਾ ਜਨ ਜੀਵਨ ਜਿਹੜਾ ਹੈ ਉਹ ਨਾਰਮਲਾਈਜ਼ ਹੋਵੇ ਤੇ ਸਾਰਾ ਕੁਝ ਠੀਕ ਠਾਕ ਚੱਲਦਾ ਰਹੇ, ਇੰਨਾ ਹੀ ਜ਼ਰੂਰੀ ਆ। ਸਰਕਾਰ ਉੱਥੇ ਕਿਸੇ ਦੀ ਵੀ ਹੋਵੇ, ਇਸ ਗੱਲ ਨਾਲ ਕੋਈ ਮਸਲਾ ਨਹੀਂ ਹੈ। ਤੁਸੀਂ ਕਹਿੰਦੇ ਵੀ ਪ੍ਰਧਾਨ ਮੰਤਰੀ ਗੱਲਾਂ ਬੜੀਆਂ ਸੋਹਣੀਆਂ ਕਰਦੇ, ਪਰ ਸਾਡੇ ਪੰਜਾਬੀ ਕਹਿੰਦੇ ਹੁੰਦੇ ਵੀ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਵੱਡੀ ਜਠਾਣੀ। ਜੀ ਗੱਲ ਸਵਲੀਨ ਜੀ, ਗੱਲ ਇਹਦੇ ਵਿੱਚ ਹੋਰ ਜੋੜਦਾ, ਡਾਕਟਰ ਫਾਰੂਕ ਅਬਦੁੱਲਾ ਨੇ ਬਹੁਤ ਹੀ ਵੱਡੇ ਦਿਲ ਦੇ ਨਾਲ ਇਹ ਗੱਲ ਕਹੀ ਆ ਵੀ ਇਸ ਵੇਲੇ ਭਾਰਤ ਸਰਕਾਰ ਨੂੰ, ਯੂਨੀਅਨ ਗਵਰਨਮੈਂਟ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ, ਲੋਕਾਂ ਦਾ ਭਰੋਸਾ ਜਿੱਤਣ ਦੀ ਲੋੜ ਆ। ਬਾਕੀ ਗੱਲਾਂ ਸਾਰੀਆਂ ਬਾਅਦ 'ਚ, ਹਲਕਾ ਬੰਦੀ ਨਵੀਂ ਬਣ ਜਵੇ, ਉਹ ਸਾਰੀਆਂ ਇਲੈਕਸ਼ਨਾਂ ਹੋ ਜਾਣ, ਉਹ ਇੱਕ ਅਲੱਗ ਵਿਸ਼ਾ ਆ, ਉਹ ਹੋਣਾ ਹੀ ਆ। ਲੋਕ ਸਿਕਿਉਰ ਤੇ ਫੀਲ ਕਰਨ ਉੱਥੇ। ਲੋਕ ਇਸ ਵੇਲੇ ਇੱਕ ਦੂਜੇ ਵੱਲ, ਜੋ ਹਿੰਦੂ ਆ ਮੁਸਲਮਾਨ ਵੱਲ ਸ਼ੱਕ ਦੀ ਨਿਗਾਹ ਨਾਲ ਦੇਖਦਾ ਆ ਤੇ ਮੁਸਲਮਾਨ ਹਿੰਦੂ ਨੂੰ ਮਤਲਬ ਸ਼ੱਕ ਦੀ ਨਿਗਾਹ ਨਾਲ ਦੇਖਦਾ, ਜਿਹੜੀ ਭਰੋਸਾ ਬਹਾਲੀ ਆ ਉਹ ਬਹੁਤ ਹੋਣੀ ਸੂਬੇ ਦੇ ਵਿੱਚ ਲਾਜ਼ਮੀ ਆ। ਬਿਲਕੁਲ ਠੀਕ ਹੈ, ਸੁਰੱਖਿਆ ਦੀ ਭਾਵਨਾ ਵੀ ਹੋਣੀ ਚਾਹੀਦੀ। ਜਿਹੜੀ ਇਸ ਵੇਲੇ ਮੋਦੀ ਸਰਕਾਰ ਨੇ ਬੇਭਰੋਸਗੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿੱਚ ਪੈਦਾ ਕੀਤੀ ਆ, ਇੱਕ ਸਰਕਾਰ ਦਾ ਨਾਤਾ ਤੇ ਲੋਕਾਂ ਦਾ ਨਾਤਾ ਬਹੁਤ ਜ਼ਿਆਦਾ ਇੱਕ
ਭਰੋਸੇਯੋਗ ਹੁੰਦਾ ਹੈ। ਬਿਲਕੁਲ। ਉਹ ਭਰੋਸਾ ਜਿਹੜਾ ਆ ਪਿਛਲੇ 2 ਸਾਲ ਤੋਂ ਬਿਲਕੁਲ ਉਸ ਸਟੇਟ ਦੇ ਵਿੱਚ ਖਤਮ ਹੋ ਚੁੱਕਾ ਆ। ਤੇ ਗਨ ਦੇ ਨਾਲ ਤੁਸੀਂ ਬਹੁਤਾ ਸਮਾਂ ਕਿਸੇ ਤੇ ਰਾਜ ਨਹੀਂ ਕਰ ਸਕਦੇ। ਕਾਨੂੰਨ ਨੂੰ ਅਕਸਰ ਨੂੰ ਫੇਰ ਵੀ ਕਿਤੇ ਨਾ ਕਿਤੇ ਜਾ ਕੇ ਆਪਣੀ ਦਿਸ਼ਾ ਵਿੱਚ ਜਾ ਕੇ ਲੋਕਾਂ ਦੇ ਭਰੋਸੇ ਦੇ ਉੱਤੇ ਖਰਾ ਉਤਰਨਾ ਪਊਗਾ। ਬਿਲਕੁਲ, ਦੇਸ਼ ਦੀ ਜਨਤਾ ਨੂੰ ਦੇਸ਼ ਦੇ ਹਾਕਮਾਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ। ਉਹ ਖਤਮ ਹੋ ਚੁੱਕਾ ਪਿਛਲੇ 2 ਸਾਲ ਦੇ ਵਿੱਚ। ਬਿਲਕੁਲ ਜੀ, ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਖਬਰਾਂ ਆ ਰਹੀਆਂ ਨੇ ਕਿ ਕੱਲ ਕਿਸਾਨ ਅੰਦੋਲਨ ਦਾ ਅਗਲਾ ਦੌਰ ਸ਼ੁਰੂ ਹੋਣਾ। ਕੀ ਅਰਥ ਕੱਢੀਏ ਇਸ ਗੱਲ ਦੇ? ਕਿਸਾਨ ਅੰਦੋਲਨ ਦਾ ਜਿਹੜਾ ਅਗਲਾ ਦੌਰ ਸ਼ੁਰੂ ਹੋ ਰਿਹਾ ਆ ਉਹ ਸਮਝ ਕੇ ਚੱਲੋ ਵੀ ਇਸ ਸਰਕਾਰ ਦਾ, ਯੂਨੀਅਨ ਸਰਕਾਰ ਦਾ ਇਹ ਅਗਲਾ ਦੌਰ ਬਹੁਤ ਹੀ ਔਖਾ ਸ਼ੁਰੂ ਹੋਣ ਵਾਲਾ ਹੈ। ਕਿਸਾਨ ਤਾਂ ਜਿਹੜੀ ਤੰਗੀ ਕੱਟਦੇ ਉੱਥੇ ਉਹ ਕੱਟਦੇ ਆ। ਤੇ ਆਪਾਂ ਦੇਖਦੇ ਆ ਕਿ 1975 ਦੀ ਜਿਹੜੀ ਐਮਰਜੈਂਸੀ ਸੀ ਨਾ, ਮਤਲਬ ਉਹ ਵੀ ਜਿਹੜੀ ਐਮਰਜੈਂਸੀ ਦੌਰਾਨ ਇੰਨੇ ਬੁਰੇ ਹਾਲਾਤ ਲੋਕਾਂ ਦੇ ਨਹੀਂ ਹੋਏ ਸੀ ਜਿੰਨੇ ਬਿਨਾਂ ਆਣਾਲਾਨੀ ਐਮਰਜੈਂਸੀ ਤੋਂ ਬਿਨਾਂ ਖਾਸ ਕਰਕੇ ਕਿਸਾਨੀ ਵਰਗ ਦੇ, ਮਜ਼ਦੂਰ ਵਰਗ ਦੇ ਹੋ ਰਹੇ। ਆਪਾਂ ਕਿਸੇ ਪਾਸੇ ਨੂੰ ਨਿਗਾਹ ਮਾਰ ਕੇ ਦੇਖ ਲਈਏ, ਕਿਸੇ ਪਾਸਿਓਂ ਕੋਈ ਸੁੱਖ ਦਾ ਸਾਹ ਹੈ ਨਹੀਂਗਾ, ਚਾਹੇ ਮਹਿੰਗਾਈ ਵਾਲੇ ਪੱਖ ਤੋਂ, ਚਾਹੇ ਮੁਲਾਜ਼ਮਾਂ ਵਾਲੇ ਪੱਖ ਤੋਂ। ਤੇ ਕਿਸਾਨਾਂ ਨੇ ਤਾਂ ਜਿਹੜੀ 7 ਮਹੀਨੇ ਤੋਂ ਉੱਥੇ ਤਪੱਸਿਆ ਕਰਨੀ ਆ ਜਾਂ ਉਹਨਾਂ ਨੇ ਤੰਗੀਆਂ ਕੱਟਣੀਆਂ, ਉਹ ਤਾਂ ਘੱਟ ਹੀ ਰਹੇ ਆ। ਹੁਣ ਗੱਲ ਕਰਦੇ ਆ ਕਿ ਕੱਲ 26 ਜੂਨ ਨੂੰ 7 ਮਹੀਨੇ ਪੂਰੇ ਹੋਣ ਜਾ ਰਹੇ ਆ। ਤੇ ਸੰਯੁਕਤ ਮੋਰਚੇ ਨੇ ਵੀ ਕੱਲ ਕਾਨਫਰੰਸ ਕਰਕੇ ਇੱਕ ਵੱਡਾ ਐਲਾਨ ਕੀਤਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਖੇਤੀ ਸੰਭਾਲਣ ਦੀ ਜਾਂ ਖੇਤੀ ਦੀ ਜੰਗ ਲੜਦੇ ਸੀ, ਤੇ ਅਗਲਾ ਸਾਡਾ ਜਿਹੜਾ ਸਟੈਪ ਹੋਊਗਾ ਇਹ ਜਮਹੂਰੀਅਤ ਦਾ, ਲੋਕਤੰਤਰ ਦੀ ਰੱਖਿਆ ਲਈ ਅਸੀਂ ਲੜਾਈ ਲੜਾਂਗੇ। ਕਿਉਂਕਿ ਉਹਨਾਂ ਨੂੰ ਵੀ ਹੁਣ ਪਤਾ ਵੀ ਕੋਵਿਡ ਦਾ ਜਿਹੜਾ ਇਸ ਵੇਲੇ ਦੌਰ ਆ ਥੋੜਾ ਮੱਧਮ ਪੈਂਦਾ ਜਾ ਰਿਹਾ, ਤੇ ਜਿਹੜੀ ਯੂਪੀ ਦੀ ਇਲੈਕਸ਼ਨ ਆ, ਉੱਤਰਾਖੰਡ ਦੀ ਇਲੈਕਸ਼ਨ ਦੇ ਨਾਲ ਪੰਜਾਬ ਦੀ ਇਲੈਕਸ਼ਨ ਆ, ਜਿਹਦੇ ਤੇ ਉਹ ਪਹਿਲਾਂ ਬਿਆਨ ਕਰ ਚੁੱਕੇ ਕਿ ਇਹਨਾਂ 3 ਸਟੇਟ ਜਿਹੜੀਆਂ ਸਾਡੇ ਲਾਗੇ ਪੈਂਦੀਆਂ ਆ, ਇਹਦੇ ਵਿੱਚ ਅਸੀਂ ਬੀਜੇਪੀ ਨੂੰ ਨੱਕ ਦੇ ਚਣੇ ਚਬਾਉਣੇ ਆ, ਕਹਿੰਦੇ ਭੋਗ ਪਾਉਣਾ ਤੇ ਇਸ ਕਰਕੇ ਮੈਂ ਖੁਦ ਯੂਪੀ ਦੇ ਕੁਝ ਹਾਲਾਤ ਵੀ ਦੇਖ ਕੇ ਆਇਆ ਕਿ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਖੇਤਰ ਆ ਉਹਨਾਂ ਵਿੱਚ ਬੀਜੇਪੀ ਇਸ ਵੇਲੇ ਪੂਰੀ ਤਰ੍ਹਾਂ ਹਿੱਲੀ ਹੋਈ ਆ। ਤੇ ਖੇਤੀ ਬਚਾਓ, ਲੋਕਤੰਤਰ ਬਚਾਓ ਦਾ ਨਾਅਰਾ ਦੇ ਕੇ ਇਹ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਅਗਲਾ ਹਿੱਸਾ ਜਿਹੜਾ ਅੰਦੋਲਨ ਦਾ 7 ਮਹੀਨੇ ਤੋਂ ਬਾਅਦ, ਇਹ ਚੀਜ਼ ਨੇ ਉਹਨਾਂ ਨੇ 26 ਨੂੰ ਕਾਲ ਦਿੱਤੀ ਆ। ਦਲਿਤਾਂ ਨੂੰ, ਵਿਦਿਆਰਥੀਆਂ ਨੂੰ, ਮਜ਼ਦੂਰਾਂ ਨੂੰ, ਤੇ ਜਿਹੜੇ ਜਿੰਨੇ ਵੀ ਸੰਘਰਸ਼ੀ ਲੋਕ ਆ ਬਈ ਸਟੇਟਾਂ ਦੇ ਰਾਜਪਾਲ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣ, ਜੇ ਕਿ ਤਾਂ ਕਿ ਸਰਕਾਰ ਜਿਹੜੀ ਆ ਅੰਦੋਲਨਕਾਰੀਆਂ ਦੀ ਗੱਲ ਸੁਣ ਕੇ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰੇ, ਤਾਂ ਕਿ ਲੋਕੀ ਆਪੋ ਆਪਣੇ ਘਰਾਂ ਨੂੰ ਖੁਸ਼ੀ ਨਾਲ ਜਾਣ। ਗੱਲ ਕਰ ਰਹੇ ਸੀਗੇ ਆਪਾਂ 26 ਤਰੀਕ ਦੀ। 26 ਤਰੀਕ ਨੂੰ ਇਹ ਅੰਦੋਲਨ 26 ਨਵੰਬਰ ਨੂੰ ਸ਼ੁਰੂ ਹੁੰਦਾ ਹੈ, ਵਿੱਚ 26 ਜਨਵਰੀ ਦੀ ਘਟਨਾ ਵਾਪਰਦੀ ਆ। ਤੇ ਕੱਲ ਰਾਕੇਸ਼ ਟਕੈਤ ਨੇ ਵੀ ਇੱਕ ਬਹੁਤ ਵੱਡੀ ਗੱਲ ਆਖੀ ਆ ਕਿ 26 ਤਰੀਕ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀਆਂ ਜੜ੍ਹਾਂ ਨੂੰ ਹਿਲਾਉਣ ਦਾ ਕੰਮ ਕਰੂਗੀ। ਉਹ ਕਹਿੰਦੇ ਹਰ ਮਹੀਨੇ 26 ਤਰੀਕ ਨੂੰ, ਜਿਵੇਂ ਕਿ ਉਹਨੇ ਪੁਲਵਾਮਾ ਦੀ ਘਟਨਾ ਨੂੰ ਵੀ ਜੋੜਿਆ ਨਾਲ, ਪੁਲਵਾਮਾ ਦੀ ਘਟਨਾ ਨੂੰ ਵੀ ਜੋੜਿਆ। ਤੇ ਹੁਣ ਜਿਹੜੀ ਉਹਨੇ 26 ਜੂਨ ਦੀ ਤਰੀਕ ਆ ਰਹੀ ਆ, ਤੇ ਯੂਪੀ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਆ, ਵੱਡੇ ਟਰੈਕਟਰ ਉਹ ਕੱਲ ਨੂੰ ਗਾਜੀਪੁਰ ਬਾਰਡਰ ਤੇ ਅੱਜ ਮਤਲਬ 25 ਨੂੰ ਅੱਜ ਹੀ ਪਹੁੰਚਣੇ ਸ਼ੁਰੂ ਹੋ ਗਏ, ਤੇ 26 ਨੂੰ ਬਹੁਤ ਵੱਡਾ ਉੱਥੇ ਇਕੱਠ ਹੋ ਰਿਹਾ ਆ। ਤੇ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਭਾਸ਼ਾ ਬੀਜੇਪੀ ਸਮਝਦੀ ਆ ਰਾਜਨੀਤੀ ਦੀ, ਵੋਟਾਂ ਦੀ, ਉਹ ਵੋਟ ਦੇ ਉੱਤੇ ਚੋਟ ਕਰਨ ਲਈ ਦੂਜਾ ਬੰਗਾਲ ਤੋਂ ਬਾਅਦ ਵੱਡਾ ਜਿਹੜਾ ਚੈਪਟਰ ਆ ਉਹ ਕਿਸਾਨ ਅੰਦੋਲਨ ਖੋਲਣ ਜਾ ਰਿਹਾ ਆ। ਤੇ ਜਿਹੜੇ ਮੰਗ ਪੱਤਰ ਦਿੱਤੇ ਜਾਣਗੇ ਕੱਲ ਨੂੰ, ਇਹ ਇੱਕ ਰਿਕਾਰਡਡ ਮੰਗ ਪੱਤਰ ਹੋਣਗੇ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਪੰਜਾਬ, ਹਰਿਆਣਾ ਤੇ ਯੂਪੀ ਦਾ ਕੁਝ ਹਿੱਸਾ ਹੀ ਕਿਸਾਨੀ ਨਾਲ ਜੁੜਿਆ ਹੋਇਆ। ਪਰ ਜਿਹੜੇ ਕੱਲ ਨੂੰ ਮੰਗ ਪੱਤਰ ਜਾਣੇ ਆ, ਕਿਸਾਨਾਂ ਦੇ ਜਥੇਬੰਦੀਆਂ ਨੇ ਆਸ ਕੀਤੀ ਆ ਕਿ ਸ਼ਾਇਦ ਭਾਰਤ ਦਾ ਕੋਈ ਸੂਬਾ ਹੀ ਬਚੂਗਾ ਇਦਾਂ ਦਾ ਜਿੱਥੇ ਮੰਗ ਪੱਤਰ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਨਹੀਂ ਭੇਜਿਆ ਜਾਊਗਾ। ਲੱਗਦਾ ਕਿ ਜਿਹੜਾ ਆਉਣ ਵਾਲਾ ਦੌਰ ਆ ਉਹ ਕਿਸਾਨੀ ਹਲਕਿਆਂ ਲਈ ਪ੍ਰਭਾਵਸ਼ਾਲੀ ਰਹੂਗਾ, ਤੇ ਸਰਕਾਰ ਲਈ ਹੌਲੀ ਹੌਲੀ ਹੋਰ ਇਹ ਸੈਟਬੈਕ ਲੱਗਦਾ ਜਾਊਗਾ। ਜੀ, ਤੇ ਸ਼ਰਮਾ ਜੀ, ਸੋਮ ਪ੍ਰਕਾਸ਼ ਨੂੰ ਵੀ ਘੇਰਾ ਪਾਇਆ ਕਿਸਾਨਾਂ ਨੇ ਕੱਲ। ਦੇਖੋ ਜੀ, ਕਿਸਾਨ ਅੰਦੋਲਨ ਦਾ ਜਿੰਨਾ ਸੇਕ ਬੀਜੇਪੀ ਦੀ ਨਾਰਥ ਭਾਰਤ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਲੱਗਿਆ, ਉਹਨਾਂ ਕਿਸੇ ਹੋਰ ਨੂੰ ਨਹੀਂ ਲੱਗਿਆ। ਚਾਹੇ ਉਹ ਹਰਿਆਣੇ ਦੇ ਬੀਜੇਪੀ ਦੇ ਲੀਡਰ ਹੋਣ, ਚਾਹੇ ਉਹ ਪੰਜਾਬ ਦੇ ਨੇ, ਤੇ ਚਾਹੇ ਉਹ ਯੂਪੀ ਦੇ ਨੇ। ਯੂਪੀ ਦੇ ਵਿੱਚ ਹਾਲਾਂਕਿ ਉਹਨਾਂ ਦਾ ਕੁਝ ਵਿਚਾਰ ਰਿਹਾ, ਪਰ ਹਰਿਆਣੇ ਦਾ ਕੋਈ ਐਮਐਲਏ, ਕੋਈ ਮੰਤਰੀ, ਕੋਈ ਸਣੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਕਈ ਵਾਰ ਉਹਨਾਂ ਨੂੰ ਹੈਲੀਕਾਪਟਰ 'ਚ ਨਹੀਂ ਆਉਣ ਦਿੱਤਾ, ਕਈ ਵਾਰ ਅੰਦਰ ਘੇਰ ਕੇ ਰੱਖਿਆ, ਕਈਆਂ ਦੀਆਂ ਗੱਡੀਆਂ ਨੂੰ ਧੱਕੇ ਲਾਏ। ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ। ਤੀਕਸ਼ਣ ਸੂਦ ਵਾਲਾ ਕਾਂਡ, ਅਸੀਂ ਗੋਆ ਵਾਲੀ ਗੋਹੇ ਦੀ ਟਰਾਲੀ ਵਾਲੀ ਗੱਲ ਅਸੀਂ ਦੇਖੀ। ਸੋਮ ਪ੍ਰਕਾਸ਼ ਪੰਜਾਬ ਤੋਂ, ਹੁਸ਼ਿਆਰਪੁਰ ਤੋਂ ਐਮਪੀ ਨੇ, ਕੇਂਦਰ ਦੇ ਵਿੱਚ ਰਾਜ ਮੰਤਰੀ ਵੀ ਨੇ, ਤੇ ਜਿਹੜੀ ਕਿਸਾਨਾਂ ਨਾਲ ਮੀਟਿੰਗ ਬੈਠਦੀ ਆ 3 ਮੈਂਬਰੀ, ਉਹਦੇ 'ਚ ਪਿਊਸ਼ ਗੋਇਲ ਤੇ ਤੋਮਰ ਸਾਹਿਬ ਦੇ ਨਾਲ ਵੀ ਉਹ ਹੁੰਦੇ ਨੇ। ਕੱਲ ਉਹਨਾਂ ਨੇ ਹੁਸ਼ਿਆਰਪੁਰ ਆਉਣਾ ਸੀ, ਕਿਸਾਨਾਂ ਨੂੰ ਉਹਦਾ ਜਦੋਂ ਪਤਾ ਲੱਗਿਆ ਤੇ ਉਹਨਾਂ ਦਾ ਭਾਰੀ ਵਿਰੋਧ ਕੀਤਾ। ਹਾਲਾਂਕਿ ਉੱਥੇ ਭਾਰੀ ਫੋਰਸ ਜਿਹੜੀ ਪੁਲਿਸ ਬਲ ਸੀ ਤੈਨਾਤ ਸੀ, ਪਰ ਕਿਸਾਨਾਂ ਨੇ ਉਹਨਾਂ ਨੂੰ ਪੂਰਾ ਤੰਗ ਕੀਤਾ ਜਿੱਥੇ ਤੱਕ ਉਹ ਕਿੰਨਾ ਕਰ ਸਕਦੇ ਸੀ। ਉਸ ਤੋਂ ਬਾਅਦ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਲੜਨੀਆਂ ਆ, ਅਸੀਂ ਕਿਸਾਨਾਂ ਦੇ ਭਲੇ ਦੀ ਗੱਲ ਕਰਦੇ ਹਾਂ,
ਜੋ ਬੀਜੇਪੀ ਦਾ ਰਟਾਇਆ ਫਾਰਮੂਲਾ ਹੈ ਉਹ ਤੇ ਉਹ ਕੰਮ ਕਰ ਰਹੇ ਨੇ। ਪਰ ਜਿਹੜਾ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਬੀਜੇਪੀ ਦਾ ਜਿਹੜਾ ਭਾਰੀ ਵਿਰੋਧ ਆ ਉਹ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜਾ ਉਹ ਜਾਰੀ ਆ, ਤੇ ਮੈਨੂੰ ਲੱਗਦਾ ਹੈ ਕਿ ਇਹ ਜਾਰੀ ਰਹੂਗਾ ਜਦ ਤੱਕ ਕਿਸਾਨ ਅੰਦੋਲਨ ਦਾ ਕੋਈ ਸਨਮਾਨਜਨਕ ਹੱਲ ਜਿਹੜਾ ਹੈ ਕੇਂਦਰ ਸਰਕਾਰ ਨਹੀਂ ਕੱਢ ਲੈਂਦੀ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਬਹੁਤ ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਜੀ, ਜਿਵੇਂ ਹੁਣੇ ਸ਼ਰਮਾ ਜੀ ਦੱਸ ਰਹੇ ਸੀ ਕਿ ਸੋਮ ਪ੍ਰਕਾਸ਼ ਦਾ ਘਿਰਾਓ ਕੀਤਾ ਕਿਸਾਨਾਂ ਨੇ, ਪਰ ਹਰਿਆਣੇ ਦੀਆਂ ਕਿਸਾਨ ਯੂਨੀਅਨਾਂ ਕਹਿ ਰਹੀਆਂ ਨੇ ਕਿ ਜਾਣ ਬੁੱਝ ਕੇ, ਜਦੋਂ ਇਹਨਾਂ ਨੂੰ ਪਤਾ ਵੀ ਕਿਸਾਨ ਵਿਰੋਧ ਕਰਦੇ ਨੇ ਤੇ ਆਪਣੇ ਜਨਤਕ ਪ੍ਰੋਗਰਾਮ ਜਾਣ ਬੁੱਝ ਕੇ ਉਲੀਕਦੇ ਨੇ, ਇਹਨਾਂ ਦੀਆਂ ਭੜਕਾਊ ਨੀਤੀਆਂ ਦੀ ਇਹ ਨਿਸ਼ਾਨੀ ਹੈ। ਕੀ ਕਹਿਣਾ ਚਾਹੁੰਦੇ ਹੋ ਸਵਲੀਨ ਜੀ? ਗੱਲ ਇਸ ਤਰ੍ਹਾਂ ਵੀ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਆ, ਇਹ ਪਹਿਲਾਂ ਤਜਰਬਾ ਹਰਿਆਣੇ ਨਾਲੋਂ ਪਹਿਲਾਂ ਪੰਜਾਬ ਦੇ ਲੀਡਰਾਂ ਨੇ ਕਰਕੇ ਦੇਖਿਆ। ਜਿਵੇਂ ਸ਼ਰਮਾ ਜੀ ਨੇ ਦੱਸਿਆ ਕਿ ਤੀਕਸ਼ਣ ਸੂਦ ਵਾਲੀ ਜਿਹੜੀ ਘਟਨਾ ਸੀ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਭਾਵੇਂ ਕਿ ਉਹ ਇੱਕ ਸੰਵਿਧਾਨਕ ਅਹੁਦੇ ਤੇ ਆ, ਸ਼ੁਰੂਆਤੀ ਦੌਰ ਵਿੱਚ ਉਹਨਾਂ ਦਾ ਵੀ ਘਿਰਾਓ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਇਹ ਪੰਜਾਬ ਦੇ ਵਿੱਚ ਤੇ ਇਹ ਗੱਲ ਦਾ ਪਤਾ ਲੱਗ ਗਿਆ ਵੀ ਸਾਨੂੰ ਹੁਣੇ ਨਹੀਂ ਕਿਸੇ ਰੋਡ ਤੇ ਨਿਕਲ ਨਹੀਂ ਦੇਣਾ ਹੈਗਾ, ਪੰਜਾਬ ਦੇ ਲੀਡਰ ਤਾਂ ਫਿਰ ਚੁੱਪ ਹੋ ਗਏ। ਉਹ ਫਿਰ ਦੋ ਬੰਦਿਆਂ ਦੇ ਹੀ ਫਿਰ ਝੰਡੀ ਬੰਨ੍ਹ ਦਿੱਤੀ, ਇੱਕ ਸਰਜੀਤ ਕੁਮਾਰ ਜਿਆਣੀ ਦੇ ਤੇ ਹਰਜੀਤ ਗਰੇਵਾਲ ਦੇ। ਉਹ ਵੀ ਫਿਰ ਪ੍ਰੈਸ ਬਿਆਨਾਂ ਤੇ ਦਿੰਦੇ ਰਹੇ ਆ, ਪਰ ਬਾਹਰ ਕੋਈ ਇਦਾਂ ਦੀ ਗੱਲਬਾਤ ਘੱਟ ਹੋਈ ਆ। ਪਰ ਹਰਿਆਣੇ ਦੇ ਵਿੱਚ ਸ਼ੁਰੂਆਤੀ ਦੌਰ ਤੋਂ, ਚਾਹੇ ਉਹ ਇਹ ਬੀਜੇਪੀ ਦੇ ਲੀਡਰ ਸੀਗੇ ਤੇ ਚਾਹੇ ਉਹਨਾਂ ਦੇ ਭਾਈਵਾਲ ਪਾਰਟੀਆਂ ਸੀਗੇ, ਉਹ ਜਨਤਕ ਪ੍ਰੋਗਰਾਮ ਰੱਖਦੇ ਰਹੇ ਆ। ਤੇ ਕਿਤੇ ਨਾ ਕਿਤੇ ਇਹ ਸਰਕਾਰ ਹਰਿਆਣਾ ਦੀ ਇੱਕ ਗਿਣੀ ਮਿੱਥੀ ਇੱਕ ਚਾਲ ਸੀ ਵੀ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਾਂਗੇ ਤੇ ਇਹ ਕਿਸਾਨ ਸਾਡਾ ਵਿਰੋਧ ਕਰਨਗੇ ਤੇ ਲੋਕਾਂ ਦੇ ਮਨਾਂ ਵਿੱਚ ਕਿਸਾਨਾਂ ਦੇ ਪ੍ਰਤੀ ਜਿਹੜੀ ਉਹ ਨਫ਼ਰਤ ਪੈਦਾ ਹੋਊਗੀ। ਆਮ ਲੋਕਾਂ, ਜਿਹੜੇ ਆਮ ਲੋਕ ਆ ਜੀ, ਤੇ ਉਹ ਇਹ ਚੀਜ਼ ਦੇ ਵਿੱਚ ਉਹ ਸ਼ੁਰੂ ਤੋਂ ਇਹ ਲੱਗੇ ਰਹੇ ਆ, ਪਰ ਕਿਸਾਨਾਂ ਨੇ ਸਫਲ ਨਹੀਂ ਹੋਣ ਦਿੱਤੇ। ਬਹੁਤ ਥਾਈਂ ਕਿਸਾਨਾਂ ਨੇ ਸਖਤੀ ਵੀ ਵਰਤੀ ਆ, ਪਰ ਕਿਤੇ ਨਾ ਕਿਤੇ ਕਾਲੇ ਝੰਡੇ ਲੈ ਕੇ ਜਿਹੜਾ ਪ੍ਰਦਰਸ਼ਨ ਕਰਨ ਦਾ ਉਹਨਾਂ ਦਾ ਜਿਹੜਾ ਸਹੀ ਤਰੀਕਾ ਆ, ਜਥੇਬੰਦੀਆਂ ਵੀ ਇਹ ਕਹਿੰਦੀਆਂ ਨਹੀਂ ਆ ਵੀ ਤੁਸੀਂ ਸਹੀ ਤਰੀਕੇ ਨਾਲ ਜਿਹੜਾ ਆਪਣਾ ਪ੍ਰਦਰਸ਼ਨ ਕਰੋ। ਪਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਇੱਕ ਜਾਣ ਬੁੱਝ ਕੇ ਰੱਖੇ ਜਾਂਦੇ ਪ੍ਰੋਗਰਾਮ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ ਵੀ ਸਰਕਾਰ ਚਾਹੇ ਹਰਿਆਣਾ ਦੀ ਆ ਤੇ ਚਾਹੇ ਸੈਂਟਰ ਦੀ ਆ ਤੇ ਚਾਹੇ ਪੰਜਾਬ ਦੇ ਵਿੱਚ ਬੀਜੇਪੀ ਦਾ ਆਪਣਾ ਜਿਹੜਾ ਤਬਕਾ ਆ, ਇਹ ਕਿਤੇ ਨਾ ਕਿਤੇ ਇਦਾਂ ਦੇ ਪ੍ਰੋਗਰਾਮ ਰੱਖਦੇ ਇਸ ਕਰਕੇ ਆ, ਜਦ ਕਿ ਇਹਨਾਂ ਨੂੰ ਪਤਾ ਆ ਵੀ ਜਿਹੜੇ ਬੰਦੇ 7 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਠੰਡ ਸਹਿ ਲਈ, ਪੂਰਾ ਸਰਦੀਆਂ ਦੇ ਵਿੱਚ ਠੋਠੋਰਾ ਕਰਦੀਆਂ ਰਾਤਾਂ ਦੇ ਵਿੱਚ ਬਿਨਾਂ ਰਜਾਈਆਂ ਤੋਂ ਲੋਕ ਉੱਥੇ ਸੁੱਤੇ ਹੀ ਰਹੇ। ਹੁਣ ਜਦੋਂ ਦੀ ਗਰਮੀ ਸ਼ੁਰੂ ਹੋਈ ਆ, ਤਪਦੀ ਤਪਸ਼ ਦੇ ਵਿੱਚ ਜਿੱਥੇ ਏਸੀ ਵਿੱਚ ਵੀ ਬੈਠੇ ਲੋਕ ਕਹਿੰਦੇ ਆ ਜੀ ਅੱਜ ਗਰਮੀ ਬਹੁਤ ਆ, ਉਹ ਲੋਕਾਂ ਦਾ ਹਾਲ ਤਾਂ ਦੇਖੋ ਜਾ ਕੇ। ਜਦੋਂ 4 ਕਣੀਆਂ ਆਉਂਦੀਆਂ ਆ, 4 ਛਟਾਂ ਆਉਂਦੀਆਂ ਆ, ਉੱਥੇ ਮੀਂਹ ਆਉਂਦਾ ਆ ਤੇ ਰਾਤ ਨੂੰ ਸੁੱਤੇ ਪਿਆਂ ਦੇ ਉੱਤੋਂ ਤਰਪਾਲਾਂ ਉੱਡ ਜਾਂਦੀਆਂ, ਸਾਰਾ ਲੰਗਰ ਦਾ ਸਮਾਨ ਭਿੱਜ ਜਾਂਦਾ ਆ। ਉੱਥੇ ਜਾ ਕੇ ਹਾਲਾਤ ਜਿਹੜਾ ਬੰਦਾ ਅੱਖੀਂ ਦੇਖੂਗਾ ਨਾ, ਤੇ ਉਹ ਕਦੀ ਵੀ ਆਣ ਕੇ ਇਹ ਨਹੀਂ ਕਹੂਗਾ ਵੀ ਸਰਕਾਰ ਜੋ ਕਰ ਰਹੀ ਉਹ ਸਹੀ ਆ। ਉਹ ਇਹ ਕਹਿਣਗੇ ਜਿਹੜੇ ਕਿਸਾਨ ਮੰਗ ਕਰਦੇ ਆ ਉਹ ਸਹੀ ਆ। ਜਿਹੜੇ ਉੱਥੇ ਦੇ ਹਾਲਾਤ ਅੱਖੀਂ ਬੰਦੇ ਦੇਖਦੇ ਆ, ਉਹਨਾਂ ਨੂੰ ਲੱਗਦਾ ਆ ਕਿ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ। ਪਰ ਬੀਜੇਪੀ ਨੇ ਆਪਣੀ ਹੈਂਕੜਬਾਜੀ ਨਹੀਂ ਹਜੇ ਛੱਡੀ। ਸਰਕਾਰ ਦੇ ਵਿੱਚ ਜਿਹੜੇ ਮੰਤਰੀ ਬੈਠੇ ਉਹ ਗਰਾਊਂਡ ਤੇ ਆਣ ਕੇ ਹਾਲਾਤ ਨਹੀਂ ਦੇਖਦੇ। ਪਰ ਜੇ ਤੁਸੀਂ ਆਮ ਜਿਹੜਾ ਬੀਜੇਪੀ ਦਾ ਨਾਰਮਲ ਗਲੀ ਮੁਹੱਲੇ ਵਾਲਾ ਵਰਕਰ ਆ, ਗਲੀ ਮੁਹੱਲੇ ਵਾਲੇ ਵਰਕਰ ਦੀ ਕਿਸੇ ਦੀ ਦੁਕਾਨ ਆ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਲੋਕਾਂ ਉਹਨਾਂ ਦੇ ਆਪਣੇ ਬਿਜ਼ਨਸ ਕਿੰਨੇ ਪ੍ਰਭਾਵਿਤ ਹੋ ਗਏ ਆ। ਉਹਨਾਂ ਵਿੱਚ ਆੜ੍ਹਤੀਆ ਵਰਗ ਵੀ ਸੀਗਾ, ਸਾਰੇ ਸੀਗੇ। ਪਰ ਬੀਜੇਪੀ ਦੀ ਇਹ ਜਿਹੜੀ ਥੱਲੇ ਵਾਲੀ ਲੋਕਲ ਲੀਡਰਸ਼ਿਪ ਆ, ਕੁਸਕਦੀ ਨਹੀਂ, ਕੋਈ ਕੁੰਦੀ ਨਹੀਂ ਹੈਗੀ। ਤੇ ਆਪਣੀ ਬੀਜੇਪੀ ਦੇ ਸੀਨੀਅਰ ਲੀਡਰਾਂ ਨੂੰ, ਜਿਹਦੇ ਵਿੱਚ ਹੁਣ 1-2 ਮੰਤਰੀ ਜਾਂ ਸਾਬਕਾ ਮੰਤਰੀ ਇਹਨਾਂ ਦੇ ਬੋਲੇ ਸੀਗੇ, ਜਿਹਦੇ ਵਿੱਚ ਮਾਸਟਰ ਮੋਹਨ ਲਾਲ ਸੀਗਾ, ਅਨਲ ਜੀ ਸੀਗੇ ਅੰਮ੍ਰਿਤਸਰ ਤੋਂ, ਪਰ ਹਜੇ ਵੀ ਲੱਗਦਾ ਆ ਕਿ ਇਹ ਅੰਦੋਲਨ ਲੰਬਾ ਜਾਣ ਦੇ ਅਸਾਰ ਆ। ਕਿਉਂਕਿ ਬੀਜੇਪੀ ਸਰਕਾਰ ਜਿੰਨੀਆਂ ਮਰਜ਼ੀ ਚਾਲਾਂ ਚੱਲੇ, ਸੱਚ ਹਜੇ ਤੱਕ ਆਪਾਂ ਕਹਿ ਸਕਦੇ ਕਿ ਕਿਸਾਨਾਂ ਦੇ ਵਿੱਚ ਸੱਚਾਈ ਸੀ, ਉਹ ਹਜੇ ਤੱਕ ਇਹਨਾਂ ਦੀਆਂ ਕਿਸੇ ਚਾਲਾਂ 'ਚ ਫਸੇ ਨਹੀਂ। ਭਾਵੇਂ ਕਿ ਰਕੇਸ਼ ਟਕੈਤ ਨੇ ਵੀ ਇਹ 26 ਵਾਲੀਆਂ ਜਿਹੜੀਆਂ ਗੱਲਾਂ, 26 ਵਾਲੀ ਲਾਈਨ ਜੋੜੀ ਆ, ਪੁਲਵਾਮਾ ਤੋਂ ਲੈ ਕੇ 26 ਜਨਵਰੀ ਦੀ ਘਟਨਾ ਨੂੰ ਵੀ ਦੱਸਿਆ ਵੀ ਇਹ ਕਿਸਾਨਾਂ ਨਾਲ ਇੱਕ ਧੋਖੇ ਦਾ ਦਿਨ ਸੀ। ਉਹ ਤੇ ਖੁੱਲ ਕੇ ਚੇਤਾਵਨੀ ਦੇ ਰਹੇ ਸਰਕਾਰ ਨੂੰ ਵੀ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ, ਤੇ ਉਹਨਾਂ ਨੇ ਟਵੀਟਾਂ ਦੀ ਝੜੀ ਲਾਈ ਹੋਈ ਆ ਰਕੇਸ਼ ਟਕੈਤ ਨੇ। ਉਹਨਾਂ ਨੇ ਵੱਡੀ ਗੱਲ ਕਹੀ ਆ ਵੀ 4 ਲੱਖ ਟਰੈਕਟਰ ਜਿਹੜਾ ਸਾਡਾ 26 ਜਨਵਰੀ ਵਾਲਾ ਆ, ਉਹ ਹਜੇ ਉੱਡ ਨਹੀਂ ਗਿਆ ਕਿਤੇ, ਉਹ ਸਾਡੇ ਕੋਲ ਹੀ ਖੜਾ ਆ। ਜਦੋਂ ਅਸੀਂ ਚਾਹੀਏ ਅਸੀਂ ਦੁਬਾਰਾ ਸੱਦ ਸਕਦੇ ਆ, ਪਰ ਉਹ ਚਾਹੁੰਦੇ ਆ ਕਿ ਮਾਹੌਲ ਅਸੀਂ ਉਦਾਂ ਦਾ ਹੀ ਰੱਖੀਏ ਜਿਹੜਾ ਸਾਡੇ ਕੰਟਰੋਲ 'ਚ ਰਹੇ। ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਆ ਵੀ ਇਸ ਵੇਲੇ ਜਿੱਦਾਂ ਸਾਨੂੰ ਸਰਹੱਦਾਂ ਦੇ ਉੱਤੇ ਕਿਸਾਨਾਂ ਦੇ ਪੁੱਤ ਟੈਂਕਰਾਂ ਦੇ ਉੱਤੇ ਬੈਠੇ ਆ, ਟੈਂਕਰਾਂ ਦੀ ਲੋੜ ਆ, ਇਸੇ ਤਰ੍ਹਾਂ ਸਾਨੂੰ ਟਰੈਕਟਰ ਤੇ ਵੀ ਚੜੇ ਰਹਿਣ ਦੀ ਲੋੜ ਆ। ਅਸੀਂ ਆਪਣੀ ਖੇਤੀ ਵੀ ਜਿਹੜੀ ਉਹ ਵੀ ਸਮੇਂ ਸਿਰ ਕਰਨੀ ਆ। ਇੱਕ ਸਭ ਨੂੰ ਵੱਡੀ ਸਬਲੀਨ ਨੂੰ ਗੱਲ ਆਖੀ ਆ ਵੀ ਇਸ ਵੇਲੇ ਸਭ ਨੂੰ ਵੱਡਾ ਹਥਿਆਰ ਜਿਹੜਾ ਸੋਸ਼ਲ ਮੀਡੀਆ ਆ, ਵੀ ਹਰ ਨੌਜਵਾਨ ਕੋਲ ਟਵਿੱਟਰ ਜਿਹੜਾ ਆ ਉਹ ਹੱਥ 'ਚ ਹੋਣਾ ਚਾਹੀਦਾ ਆ। ਜਿੰਨਾ
ਚਿਰ ਤੁਸੀਂ ਸੋਸ਼ਲ ਮੀਡੀਆ ਰਾਹੀਂ ਸਤਰਕ ਨਹੀਂ ਹੁੰਦੇ, ਚੇਤਨ ਨਹੀਂ ਹੁੰਦੇ ਹੈਗੇ, ਚੇਤਨ ਹੋ ਕੇ ਹੀ ਤੁਸੀਂ ਆਉਣ ਵਾਲੇ 2022 ਦੀ ਇਲੈਕਸ਼ਨ ਚਾਹੇ ਪੰਜਾਬ ਦੀ ਆ, ਚਾਹੇ ਉੱਤਰਾਖੰਡ ਦੀ, ਚਾਹੇ ਯੂਪੀ ਦੀ ਆ, ਜੇ ਸਵਲੀਨ ਇਹ ਦੋ ਰਾਜ ਜਿਹੜੇ ਵੱਡੇ ਆ ਜਿੱਦਾਂ ਉੱਤਰਾਖੰਡ ਤੇ ਆਪਣੇ ਯੂਪੀ, ਜੇ ਇਸ ਦੋ ਰਾਜਾਂ ਦੇ ਵਿੱਚ ਬੀਜੇਪੀ ਨੂੰ ਕਿਸਾਨਾਂ ਨੇ ਠੇਬੀ ਲਾ ਲਈ ਤੇ ਸਮਝ ਲਓ ਫਿਰ 2024 ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਲਈ ਜਾਂ ਬੀਜੇਪੀ ਲਈ ਉਹ ਸੌਖੀ ਨਹੀਂ ਹੋਊਗੀ। ਜੀ, ਟਕੈਤ ਸਾਹਿਬ ਨੇ ਇਹ ਤੇ ਕਹਿਤਾ ਵੀ ਨੌਜਵਾਨਾਂ ਦੇ ਹੱਥਾਂ 'ਚ ਟਵਿੱਟਰ ਹੋਣੇ ਚਾਹੀਦੇ, ਪਰ ਉਹਨਾਂ ਨੂੰ ਇਹ ਵੀ ਤੇ ਪਤਾ ਨਾ ਟਵਿੱਟਰ ਹੀ ਤੇ ਮੋਦੀ ਸਾਹਿਬ ਨੂੰ ਸਭ ਤੋਂ ਵੱਧ ਚੁੱਭਦਾ। ਜੀ, ਇਸੇ ਕਰਕੇ ਸਖਤੀਆਂ ਬਾਰ-ਬਾਰ ਕਾਨੂੰਨ ਨਵੇਂ ਲਿਆਣ ਕੇ ਸਰਕਾਰ ਵੱਲੋਂ ਵਰਤੀਆਂ ਜਾ ਰਹੀਆਂ ਆ, IT ਕਾਨੂੰਨ ਬਣ ਰਹੇ ਨਵੇਂ, ਬਿਲਕੁਲ ਬਣ ਰਹੇ ਆ, ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੂੰ ਜਦੋਂ ਵੀ ਨਹੀਂ ਮਾਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਿਸਾਨ ਉਹਦੇ ਵਿੱਚੋਂ ਉੱਭਰ ਕੇ ਆਏ ਆ। ਜਿਹੜੀ ਵੀ ਚਾਲ ਸਰਕਾਰ ਦੀਆਂ ਏਜੰਸੀਆਂ ਨੇ ਚੱਲੀ ਆ, ਹਜੇ ਤੱਕ ਸਰਕਾਰ ਦੇ ਜਿਹੜੇ ਜਿੰਨੇ ਮਨਸੂਬੇ ਸੀ ਉਹ ਕਿਸਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤੇ। ਕਿਤੇ ਨਾ ਕਿਤੇ ਇਹ ਤੋਂ ਲੱਗਦਾ ਆ ਵੀ ਇਸ ਅੰਦੋਲਨ ਦੇ ਵਿੱਚ ਕੋਈ ਸੱਚ ਹੈ, ਰੱਬ ਦੀ ਆਵਾਜ਼ ਹੈ। ਬਿਲਕੁਲ ਸਾਹਿਬ, ਗੱਲ ਕਰ ਰਹੇ ਅਸੀਂ ਕਿਸਾਨੀ ਦੀ ਤੇ ਹੁਣ ਗੱਲ ਕਰਦੇ ਹਾਂ ਬਿਜਲੀ ਸੰਕਟ ਦੀ। ਜੀ, ਬਿਜਲੀ ਸੰਕਟ ਨੇ ਕਿਸਾਨ ਸੜਕਾਂ ਤੇ ਉਤਾਰਦੇ ਨੇ, ਸੜਕਾਂ ਤੇ ਮੁਜ਼ਾਹਰੇ ਕਰ ਰਹੇ ਨੇ ਕਿਸਾਨ ਬਿਜਲੀ ਸੰਕਟ ਕਰਕੇ, ਕੀ ਕਹਿਣਾ ਚਾਹੋਗੇ? ਭਾਵੇਂ ਕਿ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਉਹ ਸੈਂਟਰ ਸਰਕਾਰ ਦੇ ਯੂਨੀਅਨ ਗਵਰਨਮੈਂਟ ਦੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਸੀ, ਪਰ ਜਿਸ ਤਰ੍ਹਾਂ ਪਿਛਲੇ 7 ਮਹੀਨੇ ਤੋਂ ਅੰਦੋਲਨ ਦੇ ਵਿੱਚ ਕਿਸਾਨ ਉੱਥੇ ਧੁੱਪ ਛਾਂ ਦੇ ਵਿੱਚ ਬੈਠੇ ਆ, ਤਾਂ ਪਿੱਛੇ ਪੰਜਾਬ ਸਰਕਾਰ ਦੀ ਵੀ ਇਸ ਗੱਲ ਤੋਂ ਚਿੰਤਾ ਮੁਕਤ ਹੋਏ ਆ ਵੀ ਇਹ ਜਾ ਕੇ ਹੁਣ ਯੂਨੀਅਨ ਗਵਰਨਮੈਂਟ ਦੇ ਗਲ ਪਏ ਹੋਏ ਆ ਤੇ ਸਾਨੂੰ ਹੁਣ ਇੱਥੇ ਪੁੱਛਣ ਵਾਲਾ ਕੋਈ ਹੈ ਨਹੀਂਗਾ। 8 ਘੰਟੇ ਦਾ ਵਾਅਦਾ ਹਰ ਇੱਕ ਸਰਕਾਰ ਨੇ ਕੀਤਾ, ਚਾਹੇ ਉਹ ਪਹਿਲਾਂ ਅਕਾਲੀ ਦਲ ਦੀ ਸੀਗੀ, ਚਾਹੇ ਹੁਣ ਕੈਪਟਨ ਦੀ ਆ, ਪਰ ਜਿੱਦਣ ਦਾ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਆ, 10 ਘੰਟੇ ਲਾਈਟ ਇੱਕ ਦਿਨ ਵੀ ਨਹੀਂ ਆਈ। ਤੇ ਹੁਣ ਪਿਛਲੇ 5-4 ਦੇ ਦਿਨਾਂ ਦੇ ਵਿੱਚ ਜਿੱਦਾਂ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਜਾਂ ਬਿਜਲੀ ਬੋਰਡ ਦਾ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਆ, ਤੇ ਕਿਸਾਨਾਂ ਲਈ ਬਹੁਤ ਵੱਡਾ ਇੱਕ ਸੰਕਟ ਪੈਦਾ ਹੋ ਗਿਆ ਵੀ ਜੇ 4-5-6 ਘੰਟੇ ਤੋਂ ਵੱਧ ਕਿਸੇ ਖੇਤਰ 'ਚ ਵੀ ਲਾਈਟ ਨਹੀਂ ਆ ਰਹੀ, ਤੇ ਖਦਸ਼ੇ ਇਹ ਜ਼ਾਹਰ ਕੀਤੇ ਜਾ ਰਹੇ ਸਵਲੀਨ ਕਿ ਲੱਗ ਰਿਹਾ ਹੈ ਕਿ ਗਵਰਨਮੈਂਟ ਹਜੇ ਵੀ ਜਿਹੜੀ ਪੰਜਾਬ ਦੀ ਆ ਉਹ ਸਬਸਿਡੀ ਤੋਂ ਵੀ ਭੱਜਣਾ ਚਾਹੁੰਦੇ ਆ। ਕਹਿੰਦੇ ਇੱਕ ਫਾਰਮੂਲਾ ਤਿਆਰ ਕਰ ਲਿਆ, ਫਾਰਮੂਲਾ ਤਿਆਰ ਇਹ ਕਰ ਲਿਆ ਉਹਨਾਂ ਨੇ ਵੀ ਤੁਸੀਂ 5 ਤੋਂ 6 ਘੰਟੇ ਲਾਈਟ ਦੇਣੀ ਆ ਤੇ ਜਿਹੜਾ ਡਾਟਾ ਆ ਉਹ ਸ਼ੋਅ ਕਰਨਾ 8 ਘੰਟੇ ਦਾ। ਤੇ ਜਿਹਦੇ ਵਿੱਚ ਕਿਸਾਨ ਇਸ ਵੇਲੇ ਜਿਹੜੀ ਆਪਾਂ ਗੱਲ ਕਰਦੇ ਨਾ ਪਹਿਲਾਂ ਚੇਤਨ ਹੋਣ ਦੀ, ਚਾਹੇ ਰਕੇਸ਼ ਟਕੈਤ ਜੀ ਹੈ ਚਾਹੇ ਰਾਜੇਵਾਲ ਜੀ ਆ, ਉਹ ਨੌਜਵਾਨਾਂ ਨੂੰ ਜੇ 7-8 ਮਹੀਨੇ 'ਚ ਸਿਖਾਇਆ ਤੇ ਇਹੀ ਕੁਝ ਹੈ ਨਾ ਉਹਨੇ, ਕਿਉਂਕਿ ਉਹ ਇੱਕ ਅੰਦੋਲਨ ਨਹੀਂ ਹੈਗਾ, ਉਹ ਇੱਕ ਯੂਨੀਵਰਸਿਟੀ ਆ। ਉੱਥੋਂ ਜਿਹੜੇ ਚੇਤਨ ਹੋ ਕੇ ਕਿਸਾਨ ਆ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਦਾਂ ਅੰਦੋਲਨ ਕਰਕੇ, ਇਦਾਂ ਵਿਰੋਧ ਕਰਕੇ ਸਰਕਾਰਾਂ ਨੂੰ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆ ਸਕਦੇ ਆ। ਬਿਜਲੀ ਦਫ਼ਤਰਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਵੇਲੇ ਧਰਨੇ ਮੁਜ਼ਾਹਰੇ ਘਰਾਓ ਹੋਣੇ ਸ਼ੁਰੂ ਹੋ ਗਏ ਆ। ਉਹਨਾਂ ਦਾ ਮਕਸਦ ਹੈ ਕਿ ਇੱਕ ਤਾਂ ਯੂਨੀਅਨ ਗਵਰਨਮੈਂਟ ਨੇ ਤੇਲ ਦੇ ਰੇਟ ਜਿਹੜੇ ਡੀਜ਼ਲ ਦੇ ਰੇਟ ਆ ਉਹ ਵਧਾ ਕੇ ਲੋਕਾਂ ਨੂੰ ਤਰਾਹ ਕਰਨ ਉਦਾਂ ਹੀ ਲਾਤਾ। ਜੇ ਹੁਣ 8 ਘੰਟੇ ਲਾਈਟ ਵੀ ਨਹੀਂ ਆਊਗੀ, ਕੋਈ ਜਨਰੇਟਰ ਦਾ ਪ੍ਰਬੰਧ ਕਰਕੇ ਜਦੋਂ ਕੋਈ ਆਪਣੇ ਝੋਨੇ ਨੂੰ ਪਾਣੀ ਲਾਊਗਾ ਤੇ ਉਹਨੂੰ ਪਤਾ ਵੀ ਸ਼ਾਮ ਤੱਕ ਮੇਰਾ 4000 ਜਾਂ 5000 ਦਾ ਡੀਜ਼ਲ ਤਾਂ ਮੇਰਾ ਫੂਕਿਆ ਜਾਣਾ, ਤੇ ਉਹ ਸਾਰੇ ਕੋਸਟ ਜਿਹੜੀ ਆ ਤੇ ਉਹ ਫਿਰ ਇੱਕ ਫਸਲ ਤੇ ਪੈ ਜਾਣੀ ਹੈ ਨਾ। ਤੇ ਇਹ ਚੀਜ਼ਾਂ ਨੂੰ ਲੈ ਕੇ ਕਿਸਾਨ ਇਸ ਵੇਲੇ ਚੇਤਾਨਿਆ ਪੰਜਾਬ ਸਰਕਾਰ ਨੂੰ, ਬਿਜਲੀ ਬੋਰਡ ਨੂੰ ਉਹਨਾਂ ਨੇ ਬਿਲਕੁਲ ਵਾਰਨ ਕਰ ਦਿੱਤਾ ਵੀ ਸਾਨੂੰ 8 ਘੰਟੇ ਬਿਜਲੀ ਚਾਹੀਦੀ ਆ। ਜੇਕਰ ਤੁਸੀਂ 8 ਘੰਟੇ ਬਿਜਲੀ ਨਹੀਂ ਦਿੰਦੇ ਤੇ ਜੋ ਇਸ ਵੇਲੇ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਕਿਸਾਨਾਂ ਨੇ ਦਿੱਲੀ ਵਿਖੇ ਕੀਤਾ ਹੋਇਆ ਆ, ਇਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਆ ਉਹ ਪੰਜਾਬ ਸਰਕਾਰ ਨੂੰ ਵੀ 2017 ਦੀ ਇਲੈਕਸ਼ਨ ਤੋਂ ਬਾਅਦ ਜੋ ਵਾਅਦੇ ਕਰਕੇ ਆਈ ਸੀ 2022 ਦੇ ਵਿੱਚ ਉਹ ਸਵਾਲ ਜ਼ਰੂਰ ਪੁੱਛਣਗੇ ਕਿਸਾਨ। ਬਿਲਕੁਲ ਸੁਲੀਨ ਜੀ, ਜਿਹੜੀ ਬਿਜਲੀ ਸੰਕਟ ਦੀ ਗੱਲ ਆ ਉਹਦੇ ਨਾਲ ਇਹ ਗੱਲ ਠੀਕ ਆ ਕਿ ਸਰਕਾਰਾਂ ਕਹਿ ਕੁਝ ਹੋਰ ਰਹੀਆਂ ਪਰ ਕਰ ਕੁਝ ਹੋਰ ਰਹੀਆਂ, ਪਰ ਜੇ ਪੰਜਾਬ ਰਾਜ ਬਿਜਲੀ ਬੋਰਡ ਜਿਹਨੂੰ ਹੁਣ 2 ਹੋਰ ਹਿੱਸਿਆਂ 'ਚ ਵੰਡ ਦਿੱਤਾ ਗਿਆ, ਸਪਲਾਈ ਚੈਨਲ ਵੱਖਰਾ ਆ ਤੇ ਜਿਹੜੀ ਨਵੀਆਂ ਲਾਈਨਸ ਬਣਾਉਣ ਦਾ ਜਿਹੜਾ ਸਿਸਟਮ ਆ PSPCL ਤੇ PS ਕੁਝ ਹੋਰ ਉਹਦਾ ਨਾਮ ਹੈ ਇੱਕ, ਉਹਨੂੰ ਜੇ ਅਸੀਂ ਉਹਦੀ ਗੱਲ ਕਰੀਏ ਤੇ ਜਦੋਂ ਇਸ ਪੰਜਾਬ ਰਾਜ ਦੇ ਇਸ ਅਦਾਰੇ ਦੀ ਗੱਲ ਕਰਦੇ ਤੇ ਇਹਨਾਂ ਦੇ ਹਾਲ ਜਿਹੜੇ ਮਾਲੀ ਤੌਰ ਤੇ ਬਹੁਤ ਮਾੜੇ ਨੇ। 17-18 ਹਜ਼ਾਰ ਕਰੋੜ ਦਾ ਸਾਲਾਨਾ ਘਾਟਾ ਆ। ਬਿਜਲੀ ਇਹ ਬਹੁਤ ਸਬਸਿਡਾਈਜ਼ ਦੇ ਰਿਹਾ। ਨਹੀਂ ਘਾਟਾ ਆ ਤੇ ਹੁਣ ਕਿਸਾਨਾਂ ਦਾ ਸਿਰ ਮੁੰਨ ਲੈਣਾ ਇਹਨਾਂ ਨੇ। ਨਹੀਂ, ਕਿਸਾਨਾਂ ਦਾ ਸਿਰ ਬਿਜਲੀ ਬੋਰਡ ਨਹੀਂ ਮੁੰਨ ਰਿਹਾ। ਤੁਸੀਂ ਦੇਖੋ ਕਿਤੇ ਵੀ ਕਿਸਾਨਾਂ ਤੋਂ ਬਿਜਲੀ ਦਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ, ਚਾਹੇ ਉਹ ਮੋਟਰਾਂ ਵਾਲੀ ਬਿਜਲੀ ਜਿਹੜੀ ਆ ਉਹ ਕਿਸਾਨਾਂ ਨੂੰ ਬਿਲਕੁਲ ਫ੍ਰੀ ਹੈ, ਪਰ ਪੂਰੀ ਨਹੀਂ ਮਿਲ ਰਹੀ। ਮਿਲ ਨਹੀਂ ਰਹੀ। ਬਿਲਕੁਲ ਸਾਹਿਬ, ਗੱਲ ਮਿਲਣ ਦੀ ਵੀ ਉੱਥੇ ਆਊਗੀ ਨਾ, ਮਿਲੇਗੀ ਕਿੱਦਾਂ? ਉਹ ਜਿਹੜਾ ਘਾਟਾ ਆ ਬੋਰਡ ਦੇ ਕਿਹੜਾ ਆਪਣੀ ਛਾਪਾਖਾਨਾ ਆ, ਪੈਸੇ ਤਾਂ ਸਰਕਾਰ ਨੇ ਉਹਨੂੰ ਦੇਣੇ ਆ ਨਾ ਜੀ। ਗੱਲ ਤੇ ਉਹੀ ਹੈ ਨਾ, ਉਹ ਸਰਕਾਰ ਨੂੰ ਸਰਕਾਰ ਬੋਰਡ ਨੂੰ ਪੈਸੇ ਦਊਗੀ ਤੇ ਬੋਰਡ ਨਵੇਂ ਮੁਲਾਜ਼ਮ ਭਰਤੀ ਕਰੇਗਾ, ਨਵੀਆਂ ਲਾਈਨਾਂ ਬਣਨਗੀਆਂ ਤੇ ਬਿਜਲੀ ਦਾ ਜਿਹੜਾ ਪੀਕ ਜਿਹੜਾ ਸੀਜ਼ਨ ਆ, ਜਿਹੜਾ ਇਹ ਵਾਲਾ ਦਿਨ ਆ 2 ਮਹੀਨੇ ਦੇ ਜਿਹੜੇ ਝੋਨਾ ਲੱਗਣ ਤੋਂ ਲੈ ਕੇ ਜਦ ਤੱਕ ਬਾਰਿਸ਼ ਨਹੀਂ ਹੁੰਦੀ ਤਦ ਤੱਕ ਦਾ ਜਿਹੜਾ ਪੀਕ ਸੀਜ਼ਨ ਹੈ, ਉਹਦੇ ਵਿੱਚ ਬਿਜਲੀ ਦੇ ਵਿੱਚ ਸਮੱਸਿਆਵਾਂ ਬਹੁਤ ਆਉਂਦੀਆਂ। ਬੀਤੇ ਦਿਨੀ ਇਹਨਾਂ ਦੇ ਅਧਿਕਾਰੀ ਦੱਸ ਰਹੇ ਆ ਕਿ 19% ਤੋਂ ਜ਼ਿਆਦਾ ਤਾਂ ਬਿਜਲੀ ਚੋਰੀ ਹੋ ਰਹੀ ਆ, 21% ਤੋਂ ਜ਼ਿਆਦਾ ਟ੍ਰਾਂਜ਼ਿਟ ਲੌਸਟ ਆ, ਤਾਰਾਂ ਹੀ ਪੁਰਾਣੀਆਂ ਆ ਹਾਲੇ ਤੱਕ। ਤੇ ਦੂਸਰੀ ਗੱਲ ਇੱਕ ਇਹ ਆ, ਹਾਲਾਂਕਿ ਉਹ ਕਿਸਾਨਾਂ ਨੂੰ ਬਹੁਤੀ ਗੱਲ ਪਸੰਦ ਨਹੀਂ ਆਉਣੀ, ਉਹਦੇ ਵਿੱਚ ਕਿਸਾਨਾਂ ਦਾ ਵੀ ਥੋੜਾ ਜਿਹਾ ਹਿੱਸਾ ਆ ਤੇ ਜ਼ਿਆਦਾ ਹਿੱਸਾ ਉਹਦੇ 'ਚ ਵੀ ਸਰਕਾਰ ਦਾ ਹੀ ਆ।
ਜਿਹੜੀ ਫਸਲੀ ਵਿਭਿੰਨਤਾ ਆ, ਜਿਹੜੀ ਕ੍ਰੌਪ ਡਾਈਵਰਸਿਫਿਕੇਸ਼ਨ ਆ, ਉਹਦੇ ਤੇ ਸਰਕਾਰ ਨੇ ਕੰਮ ਨਹੀਂ ਕੀਤਾ। ਮੈਂ ਇੱਕ ਦਿਨ ਛੋਟੀ ਜਿਹੀ ਖਬਰ ਪੜ੍ਹ ਰਿਹਾ ਸੀਗਾ ਕਿ ਜਿੰਨਾ ਪਾਣੀ ਹੁਣ ਪੰਜਾਬ 'ਚ ਅਸੀਂ ਇੱਕ ਦਿਨ 'ਚ ਕੱਢ ਰਹੇ ਹਾਂ, ਉਹਨਾਂ ਪਾਣੀ ਕਿਸੇ ਵੀ ਵੱਡੇ ਸ਼ਹਿਰ ਦੀ ਪਾਣੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਲਈ 35 ਸਾਲ ਲਈ ਕਾਫੀ ਆ। ਕਿਸਾਨ ਇਹ ਤਾਂ ਗੱਲ ਕਹੀ ਜਾਂਦੇ ਆ ਕਿ ਸਾਨੂੰ ਬਿਜਲੀ ਨਹੀਂ ਮਿਲ ਰਹੀ, ਪੋਲੀਟੀਕਲ ਪਾਰਟੀਆਂ ਉਹਦੇ 'ਚ ਸ਼ਾਮਲ ਹੋ ਗਈਆਂ ਤੇ ਉਹਨਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ। ਕੀ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਕਦੀ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਝੋਨੇ ਤੋਂ ਥੋੜਾ ਜਿਹਾ ਕਿਨਾਰਾ ਹੀ ਕਰ ਲਓ? ਨਾ ਸਰਕਾਰ ਨੇ ਇਸ ਗੱਲ ਦਾ ਕੋਈ ਬਦਲਵਾਂ ਪ੍ਰਬੰਧ ਦਿੱਤਾ। ਬਿਲਗਾ ਸਾਹਿਬ ਵੀ ਇਸ ਗੱਲ ਨਾਲ ਸਹਿਮਤ ਆ। ਪੰਜਾਬ ਦੇ ਵਿੱਚ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਦਰਿਆਈ ਪਾਣੀ ਜਾਂ ਨਹਿਰੀ ਪਾਣੀ ਨਾਲ ਸਿੰਜੀ ਜਾਂਦੀ ਹੈ। ਝੋਨੇ ਨੂੰ ਡਾਇਵਰਟ ਹੀ ਉਧਰਲੇ ਪਾਸੇ ਕਰ ਦਿਓ। ਜੇ ਤੁਸੀਂ ਮੋਟਰਾਂ ਵਾਲੇ ਪਾਣੀ ਨਾਲ ਝੋਨਾ ਲਾਓਗੇ, ਉਹਦੇ 'ਚ ਤੁਹਾਡਾ ਹੀ ਨੁਕਸਾਨ ਹੈ। ਆਉਣ ਵਾਲੇ ਕੁਝ ਸਮੇਂ ਬਾਅਦ ਜਿਹੜਾ ਪਾਣੀ ਆ ਉਹਦੀ ਕਿੰਨੀ ਕਿੱਲਤ ਹੋਣ ਵਾਲੀ ਆ। ਤੇ ਇਸ ਪਾਣੀ ਨਾਲ ਬਣਾ ਕੇ ਜਿਹੜੇ ਤੁਸੀਂ ਝੋਨਾ ਜਾਂ ਚਾਵਲ ਵੇਚਦੇ ਆ, ਇਹਦੇ ਨਾਲੋਂ ਚੰਗਾ ਤੇ ਇਹਨੂੰ ਪੈਕਿੰਗ ਪਾਣੀ ਲਈ ਰੱਖ ਲਓ। ਉਹ ਵੱਡਾ ਬਿਜ਼ਨਸ ਆਉਣ ਵਾਲੇ ਸਮੇਂ 'ਚ ਬਣਨ ਵਾਲਾ ਹੈ। ਸੂਈ ਤੇ ਫਿਰ ਕਿਸਾਨਾਂ ਵੱਲ ਹੀ ਆ ਨਾ, ਉਹ ਬਦਲਵਾ ਉਹਨਾਂ ਨੂੰ ਕੋਈ ਰਾਹ ਦੇ ਦੇਣ, MSP ਤੈਅ ਕਰ ਦੇਣ ਤੇ ਉਹ ਨਾ ਲਾਉਣ ਝੋਨਾ। ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਇਹ ਗੱਲ ਸਹਿਮਤ ਹਾਂ ਇਸ ਗੱਲ ਨਾਲ ਕਿ ਕਿਸਾਨਾਂ ਦਾ ਬਹੁਤਾ ਕਸੂਰ ਨਹੀਂ, ਪਰ ਥੋੜਾ ਜਿਹਾ ਕਸੂਰ ਕਿਸਾਨਾਂ ਦਾ ਵੀ ਹੈਗਾ। ਉਹ ਆਪਣੇ ਲੈਵਲ ਤੇ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਨੇ। ਬਿਜਲੀ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸਰਕਾਰ ਨੇ ਜਿੰਨੇ 14-15 ਲੱਖ ਟਿਊਬਵੈਲ ਵੰਡੇ ਆ, ਸਰਕਾਰ ਤੇ ਅੱਗੇ ਚਾਹੁੰਦੀ ਆ ਕਿ ਤੁਸੀਂ ਉਹ MSP ਮੰਗ ਰਹੇ, MSP ਉਹਨਾਂ ਨੇ ਦਿੱਤੀ ਕਣਕ ਤੇ ਝੋਨੇ ਤੇ ਉਹਦੇ ਨਾਲ ਨੁਕਸਾਨ ਕਿਹਦਾ ਹੋਇਆ? ਖੇਤ ਖਰਾਬ ਕਿਹਦੇ ਹੋਏ? ਪਾਣੀ ਕਿਹਦਾ ਮੁੱਕ ਰਿਹਾ? ਕਿਸਾਨ 2 ਸਾਲ ਬਾਅਦ ਭਾਵੇਂ ਝੋਨੇ ਦਾ ਰੇਟ ਜਿੰਨਾ ਮਰਜ਼ੀ ਕਰਦਾ, ਜਦੋਂ ਪਾਣੀ ਨਹੀਂ ਹੋਣਾ ਤੇ ਲਾਉਂਗੇ ਕੀ? ਸੋ ਇਹ ਜਿਹੜੀ ਸਮੱਸਿਆ ਆ, ਇਹਨੂੰ ਸਮਝਦਾਰੀ ਨਾਲ ਹੱਲ ਕਰਨ ਦੀ ਆ। ਇਹ ਰਾਜਨੀਤੀ ਜਿਹੜੀ ਇਹਦੇ 'ਚ ਨਹੀਂ ਹੋਣੀ ਚਾਹੀਦੀ, ਇਹਦਾ ਇੱਕ ਲੰਬੇ ਤੌਰ ਤੇ ਹੱਲ ਹੋਣਾ ਚਾਹੀਦਾ। ਫਸਲੀ ਚੱਕਰ ਜਿਹੜਾ ਆ ਉਹਨੂੰ ਅਪਣਾਉਣਾ ਪੈਣਾ। ਉਹਦੇ ਲਈ ਥੋੜੇ ਬਹੁਤੇ ਸ਼ੁਰੂਆਤੀ ਦੌਰ ਦੇ ਵਿੱਚ ਆਰਥਿਕ ਘਾਟੇ ਵੀ ਹੋ ਸਕਦੇ ਨੇ, ਪਰ ਉਹ ਲੰਬੇ ਦੌਰ ਤੱਕ ਚੱਲਣ ਵਾਲੀ ਗੱਲ ਆ। ਉਹਦੇ 'ਚ ਬਹੁਤ ਸਾਰੇ ਮਾਹਰ ਜਿਹੜੇ ਉਹਦੇ ਲਈ ਬੈਠੇ ਆ, ਬਹੁਤ ਸਾਰੀਆਂ ਯੋਜਨਾਵਾਂ ਨੇ, ਪਰ ਸਰਕਾਰ ਨੂੰ ਉਹਦੇ 'ਚ ਵੱਡਾ ਹਿੱਸਾ ਦੇਣਾ ਪਵੇਗਾ। ਕਿਸਾਨਾਂ ਨੂੰ ਥੋੜੀ ਜਿਹੀ ਸਮਝ ਤੋਂ ਕੰਮ ਲੈਣਾ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਜੀ, ਕਿਸਾਨਾਂ ਤੋਂ ਬਾਅਦ ਹੁਣ ਮੁਲਾਜ਼ਮ ਵੀ ਪੰਜਾਬ ਸਰਕਾਰ ਤੇ ਤਪੇ ਫਿਰਦੇ ਨੇ। ਅੱਜ ਹੜਤਾਲ ਹੈ। ਸਵਲੀਨ ਜੀ, ਜੇ ਤੁਸੀਂ ਤਕਰੀਬਨ ਪਿਛਲਾ ਮਹੀਨਾ ਸਾਰਾ ਵੀ ਦੇਖ ਲਓ ਤੇ ਜਿਵੇਂ ਕਿ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ ਆ, ਤੇ ਉਹ ਸ਼ਹਿਰ ਨੂੰ ਮੇਰੇ ਖਿਆਲ ਪਟਿਆਲੇ ਨਾਲੋਂ ਹੁਣ ਤਾਂ ਧਰਨਿਆਂ ਦਾ ਸ਼ਹਿਰ ਜੇ ਆਪਾਂ ਕਹਿ ਲਈਏ ਤਾਂ, ਤੇ ਉਹ ਵਾਜਬ ਬਣਦੀ ਆ ਗੱਲ। ਮਨਰੇਗਾ ਦੇ ਜਿਹੜੇ ਕਾਮੇ ਆ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੱਲ ਵੀ ਜਿਹੜੀ ਆ ਉਹ ਪਟਿਆਲੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਤੇ ਪਿਛਲੇ ਦਿਨਾਂ ਤੋਂ ਆਪਾਂ ਮੰਨ ਲਈਏ, ਚਾਹੇ ਜਿੰਨਾ ਅਧਿਆਪਕ ਤਬਕਾ ਸੀਗਾ, ਸਿਹਤ ਵਿਭਾਗ ਨਾਲ ਜੁੜੇ ਹੋਏ ਮੁਲਾਜ਼ਮ ਸੀਗੇ, ਜਾਂ ਹੋਰ ਵੱਖ-ਵੱਖ ਕਲਰਕਾਂ ਦੀ ਆ ਪਿਛਲੇ ਦਿਨੀ ਬੜੀ ਲੰਬੀ ਹੜਤਾਲ ਰਹੀ ਆ। ਪਟਵਾਰੀਆਂ ਦੀ ਹੜਤਾਲ ਰਹੀ ਆ। ਪਟਵਾਰੀ ਤਾਂ ਜੀ ਰਹਿ ਹੀ ਬੜੇ ਥੋੜੇ ਗਏ ਹੁਣ, ਤੇ 40-40 50-50 ਪਿੰਡਾਂ ਮਗਰ ਇੱਕ ਪਟਵਾਰੀ ਰਹਿ ਗਿਆ। ਮਤਲਬ ਕਹਿਣ ਦਾ ਪਿਛਲਾ ਮਹੀਨਾ ਜਿਹੜਾ ਆ ਪੂਰਾ, ਜਿੰਨੇ ਸਰਕਾਰੀ ਮੁਲਾਜ਼ਮ ਆ, ਜਿੰਨੇ ਸਰਕਾਰੀ ਵਿਭਾਗਾਂ ਦੇ ਨਾਲ ਸੰਬੰਧਿਤ ਕਾਮੇ ਆ, ਉਹਨਾਂ ਨੇ ਸਾਰਿਆਂ ਨੇ ਪਟਿਆਲੇ ਵੱਲ ਨੂੰ ਜਿਹੜੀਆਂ ਵਹੀਰਾਂ ਘੱਤੀਆਂ ਹੋਈਆਂ। ਪਰ ਇੱਕ ਕਿਤੇ ਨਾ ਕਿਤੇ ਚਰਚਾ 'ਚ ਆਉਂਦੀ ਆ ਗੱਲ ਵੀ ਮਹਾਰਾਜਾ ਸਾਹਿਬ ਤਾਂ ਉੱਥੇ ਸਿਸਵਾ ਫਾਰਮ ਬੈਠੇ ਆ, ਉਹ ਤਾਂ ਆਪਣੇ MLA ਨੂੰ ਨਹੀਂ ਮਿਲਦੇ, ਤੇ ਮੁਲਾਜ਼ਮ ਤਬਕਾ ਜਿਹੜਾ ਉਹ ਪਟਿਆਲੇ ਨੂੰ ਪਤਾ ਨਹੀਂ ਕਿਉਂ ਵਿਰੋਧ ਕਰਨ ਜਾਂਦਾ। ਜਾਣਾ ਤਾਂ ਇਹਨਾਂ ਨੂੰ ਚੰਡੀਗੜ੍ਹ ਜਾਂ ਉੱਥੇ ਸਿਸਵਾ ਜਾਣਾ ਚਾਹੀਦਾ। ਪਰ ਫਿਰ ਵੀ ਜਦੋਂ ਇਹ ਵਿਰੋਧ ਕਰਨ ਦਾ, ਇੱਕ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਆ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ, ਕਿਉਂਕਿ ਸਰਕਾਰ ਜਦੋਂ ਆਉਂਦੀ ਉਦੋਂ ਬੜੇ ਲੰਬੇ ਵਾਅਦੇ ਕਰਕੇ ਆਉਂਦੀ ਆ, ਤੇ ਜਦੋਂ ਕਿਸੇ ਮੁਲਾਜ਼ਮ ਤਬਕੇ ਦੀਆਂ ਤੁਸੀਂ ਫਿਰ ਮੰਗਾਂ ਪੂਰੀਆਂ ਨਹੀਂ ਕਰਦੀਆਂ, ਜਾਂ ਜਦੋਂ ਉਹਨਾਂ ਦੇ ਬਣਦੇ ਹੱਕ ਜਿਹੜੇ ਉਹ ਨਹੀਂ ਦਿੱਤੇ ਜਾਂਦੇ, ਤਾਂ ਫਿਰ ਮੁਲਾਜ਼ਮਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਤਾਂ ਕਰਨਾ ਹੀ ਆ। ਵੈਸੇ ਵੀ ਆਪਾਂ ਲੰਬੇ ਸਮੇਂ ਤੋਂ ਜਾਣਦੇ ਹਾਂ ਵੀ ਚਾਹੇ ਕੋਈ ਜਿਹੜਾ ਸਿੱਖਿਆ ਮੰਤਰੀ ਬਣ ਜਾਂਦਾ ਆ, ਉਹਦਾ ਇੰਨਾ ਕੁ ਵਿਰੋਧ ਹੁੰਦਾ ਵੀ ਉਹਨੂੰ ਦੁਬਾਰਾ ਆਪਣੇ ਹਲਕੇ 'ਚੋਂ ਜਿੱਤਣਾ ਬੜਾ ਔਖਾ ਹੋ ਜਾਂਦਾ। ਆਪਾਂ ਵੱਡੇ ਸਿੱਖਿਆ ਮੰਤਰੀ ਜਾਂ ਹੋਰ ਇਦਾਂ ਦੇ ਮੰਤਰੀ ਆ ਜਿਹੜੇ ਉਹ ਦੇਖੇ ਆ ਕਿ ਦੁਬਾਰਾ ਮੁੜ ਕੇ ਉਹ ਸੱਤਾ ਦੇ ਵਿੱਚ ਕਾਬਜ਼ ਨਹੀਂ ਹੁੰਦੇ। ਪਰ ਫਿਰ ਵੀ ਜਿਸ ਤਰ੍ਹਾਂ ਮਨਰੇਗਾ ਕਾਮੇ ਹੋ ਗਏ, ਅਧਿਆਪਕ ਤਬਕਾ ਹੋ ਗਿਆ, ਦੂਸਰੇ ਪਟਵਾਰੀ ਤਬਕਾ ਹੋ ਗਿਆ, ਸਾਰੇ ਮੁਲਾਜ਼ਮ ਵਰਗ ਇਸ ਵੇਲੇ ਪਿਛਲੇ 1 ਮਹੀਨੇ ਤੋਂ ਜਿਹੜੇ ਬੇਰੁਜ਼ਗਾਰ ਆ, ਉਹ ਵੱਖਰਾ ਆਪਣਾ ਪ੍ਰਦਰਸ਼ਨ ਕਰ ਰਹੇ। ਪਰ ਸਭ ਨੂੰ ਜਿਹੜੀ ਮਾੜੀ ਗੱਲ ਆ ਕਿ ਜਿਹੜੀਆਂ ਨੌਜਵਾਨ ਲੜਕੀਆਂ ਤੇ ਧੀਆਂ ਤੇ ਉੱਥੇ ਜਦੋਂ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾਂਦਾ ਜਾਂ ਖਿੱਚ ਧੂ ਕੀਤੀ ਜਾਂਦੀ ਆ, ਉਹ ਇੱਕ ਸਾਡੇ ਲੋਕਤੰਤਰ ਦਾ ਵਿਰੋਧ ਕਰਨਾ ਹਿੱਸਾ ਸੀ। ਉਹ ਸ਼ਰਮ ਕਰਨ ਵਾਲੀ ਗੱਲ ਆ। ਇਹ ਗੱਲ ਨਹੀਂ ਹੋਣੀ ਚਾਹੀਦੀ। ਪਰ ਕੈਪਟਨ ਸਰਕਾਰ ਜਿਸ ਤਰ੍ਹਾਂ 7-8 ਮਹੀਨੇ ਤੋਂ ਇੱਕ ਨਾ ਇਹ ਗੱਲ ਆਪਣੇ ਦਿਮਾਗ 'ਚ ਪਾ ਕੇ ਬੈਠੀ ਸੀ ਵੀ ਕਿਸਾਨੀ ਅੰਦੋਲਨ ਦਿੱਲੀ ਜਾ ਕੇ ਯੂਨੀਅਨ ਗਵਰਨਮੈਂਟ ਦੇ ਗਲ ਪੈ ਗਿਆ ਆ, ਤੇ ਹੁਣ ਸਾਨੂੰ ਇੱਥੇ ਪੁੱਛਣ ਵਾਲਾ ਹੈ ਨਹੀਂਗਾ। ਤੇ ਇਹ ਚੀਜ਼ ਨੇ ਆ ਪਿਛਲੇ 15-20 ਦਿਨ ਮਹੀਨੇ ਦੇ ਵਿੱਚ ਸਰਕਾਰ ਨੂੰ ਪੂਰਾ ਚਕੰਨੇ ਕਰ ਦਿੱਤਾ ਆ ਕਿ ਸਵਾਲ ਤੁਹਾਨੂੰ ਵੀ ਪੁੱਛੇ ਜਾਣੇ ਆ। ਵਾਅਦੇ ਜਿਹੜੇ ਤੁਸੀਂ ਕੀਤੇ
ਸੀ ਤੁਸੀਂ ਨਹੀਂ ਪੂਰੇ ਕੀਤੇ, ਤੁਹਾਨੂੰ ਵੀ ਪੁੱਛੇ ਜਾਣੇ ਆ। ਸਾਰੇ ਡਿਪਾਰਟਮੈਂਟ ਇਸ ਵੇਲੇ ਮੁਲਾਜ਼ਮਾਂ ਦੇਖੋਣੋਂ ਸੱਖਣੇ ਪਏ ਆ, ਨਵੀਂ ਕੋਈ ਭਰਤੀ ਹੋ ਨਹੀਂ ਰਹੀ। ਜਿਹੜੀ ਘਰ ਘਰ ਨੌਕਰੀ ਵਾਲੀ ਗੱਲ ਸੀ ਉਹ ਤਾਂ ਆਪਾਂ ਪਿਛਲੇ ਦਿਨੀ ਬੜੀ ਚਰਚਾ ਕਰ ਲਈ ਆ। ਉਹ ਘਰ ਘਰ ਨੌਕਰੀਆਂ ਸਰਕਾਰ ਨੇ ਦਿੱਤੀਆਂ, ਪਰ ਇੱਕ ਲੁਧਿਆਣੇ ਦਿੱਤੀ, ਇੱਕ ਗੁਰਦਾਸਪੁਰ ਦਿੱਤੀ। ਉਹ ਪਤਾ ਲੱਗਾ ਕੱਲ ਉਹ ਵੀ ਰੌਲਾ ਰੂਲਾ ਪਾ ਕੇ ਮੋੜ ਦਿੱਤੀ ਵੀ ਸਾਨੂੰ ਤੁਹਾਡੀ ਨੌਕਰੀ ਨਹੀਂ ਚਾਹੀਦੀ, ਭਾਵੇਂ ਕਿ ਉਹਨਾਂ ਨੇ ਉਹ ਜਿੱਦਾਂ ਉਹਨਾਂ ਨੇ ਬਿਆਨ ਦਿੱਤੇ ਜ਼ਹਿਰ ਬੜਾ ਉਗਲਿਆ ਉਹਨਾਂ ਨੇ। ਉਹ ਲਾਂਭਿਆਂ ਅਧੀਨ ਜਿਹੜਾ ਬੜਾ ਦੁਖੀ ਮਨ ਨਾਲ ਕੋਈ ਛੱਡੀ ਹੋਈ ਚੀਜ਼, ਉਹ ਤਿਆਗ ਵਾਲੀ ਗੱਲ ਨਹੀਂ ਸੋਚਦੇ ਸੀ, ਬੜੇ ਦੁਖੀ ਮਨ ਨਾਲ ਛੱਡੀ ਹੋਈ ਵੀ ਯਾਰ ਤੁਸੀਂ ਜੇ ਬਾਹਲਾ ਕਹਿੰਦੇ ਆ ਤਾਂ ਅਸੀਂ ਛੱਡ ਦਿੰਨੇ ਆ। ਤੇ ਇਸ ਕਰਕੇ ਕਾਟੋਕਲੇ ਕਾਂਗਰਸ ਪਾਰਟੀ ਦੇ ਵਿੱਚ ਉਸ ਗੱਲ ਨੇ ਆਪ ਵੀ ਪਾਇਆ ਹੋਇਆ, ਜਿਹਦੇ ਵਿੱਚ ਤਾਜ਼ੇ ਬਿਆਨ ਜਿਹੜੇ ਆ ਸੁਨੀਲ ਜਾਖੜ ਦੇ ਵੀ ਆ ਰਹੇ ਆ ਵੀ ਬਾਜਵਾ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਕਿ ਕੰਪੈਸ਼ਨੇਟ ਆਧਾਰ ਤੇ ਉਹਨੀ ਨੌਕਰੀ ਦੀ ਮੰਗ ਹੀ ਸਰਕਾਰ ਕੋਲੋਂ ਕਿਉਂ ਦਿੱਤੀ। ਤੇ ਇਹ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਰਕੇਸ਼ ਪਾਂਡੇ ਵੀ ਹੁਣ ਜਿਹੜੀਆਂ ਨੌਕਰੀਆਂ ਆ ਉਹ ਵਾਪਸ ਕਰਦਾ ਕਿ ਨਹੀਂ ਕਰਦਾ, ਕਿ ਜਾਂ ਹਜੇ ਇਹ ਇਦਾਂ ਹੀ ਚੱਲਦੀ ਰਹਿੰਦੀ ਆ। ਵਿਰੋਧ ਪ੍ਰਦਰਸ਼ਨਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਖਿਲਾਫ ਪਟਿਆਲੇ ਵਿਖੇ ਜਾਂ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੀਆਂ। ਇਹ ਸਰਕਾਰ ਦੇ ਵੀ ਚਿੰਤਾ ਦਾ ਵਿਸ਼ਾ, ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਜ਼ਰੂਰ ਚਾਹੀਦਾ। ਜੀ ਸ਼ਰਮਾ ਜੀ, ਵਿਰੋਧ ਪ੍ਰਦਰਸ਼ਨ ਦੀ ਗੱਲ ਕਰ ਰਹੇ, ਪਰ ਸਾਡੀ ਸਰਕਾਰ ਨੂੰ ਇੱਕ ਅਧਿਆਪਕ ਤਾਂ ਦੇਖ ਨਹੀਂ ਰਿਹਾ। 95 96 97 ਦਿਨ ਹੋ ਗਏ। ਸੁਰਿੰਦਰਪਾਲ ਦੀ ਗੱਲ ਕਰ ਰਹੀ ਮੈਂ। ETT ਟੈਟ ਪਾਸ ਆ, ਪਟਿਆਲੇ ਟੈਂਕੀ ਤੇ ਚੜਿਆ ਹੋਇਆ। ਨਾ ਤਾਂ ਸਾਡੀ ਸਰਕਾਰ ਦੇ ਕੰਨੀ ਉਹਦੀ ਗੱਲ ਪਈ ਤੇ ਨਾ ਅੱਖੀ ਉਹਨੂੰ ਦੇਖਿਆ, ਜਦ ਕਿ ਮੁੱਖ ਮੰਤਰੀ ਦਾ ਮਹਿਲ ਵੀ ਉੱਥੇ ਹੈ ਤੇ ਸਿੱਖਿਆ ਮੰਤਰੀ ਦੀ ਕੋਠੀ ਵੀ ਉੱਥੇ ਹੈ। ਐਡੀ ਬੇਸ਼ਰਮ ਹੋ ਗਈ ਸਾਡੀ ਸਰਕਾਰ। ਦੇਖੋ ਸਰਕਾਰ ਤੇ ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਮੰਤਰੀਆਂ ਸੰਤਰੀਆਂ ਨੂੰ ਸੰਭਾਲਣ 'ਚ ਲੱਗੀ ਹੋਈ ਆ, ਕੋਈ ਬਹੁਤਾ ਉਹਨਾਂ ਦਾ ਧਿਆਨ ਇਸ ਪਾਸੇ ਹੈ ਨਹੀਂ। ਦੂਸਰੀ ਗੱਲ ਇਹ ਆ ਕਿ ਇਹ ਜਿਹੜੇ ਜਿੰਨੇ ਵੀ ਸਾਡੇ ਸਰਕਾਰੀ ਮਹਿਕਮੇ ਨਾਲ ਜੁੜੇ ਹੋਏ ਲੋਕ ਨੇ, ਜਿਨ੍ਹਾਂ ਦੀਆਂ ਵੀ ਕੋਈ ਡਿਮਾਂਡਾਂ ਨੇ ਸਰਕਾਰ ਦੀਆਂ, ਉਹ ਵੀ ਇਸ ਗੱਲ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਦੇ ਨੇ ਕਿ ਹੁਣ ਟਾਈਮ ਆ, ਇਲੈਕਸ਼ਨ ਮੋਡ ਦੇ ਵਿੱਚ ਸਰਕਾਰ ਆਉਣ ਵਾਲੀ ਆ ਤੇ ਜਾਂਦੇ ਜਾਂਦੇ ਜਦੋਂ ਇਹਨਾਂ ਨੇ ਐਲਾਨ ਕਰਨੇ ਨੇ ਤੇ ਉਦੋਂ ਹੀ ਉਹਨਾਂ ਦੀ ਗੱਲ ਹੋਣੀ ਹੈ। ਇਸੇ ਕਰਕੇ ਉਹ ਆਪਣਾ ਜਿਹੜਾ ਪ੍ਰਦਰਸ਼ਨ ਆ ਹਰ ਕੋਈ ਲੈ ਕੇ ਸਾਹਮਣੇ ਆ ਰਿਹਾ, ਚਾਹੇ ਉਹ ਪਟਵਾਰੀ ਆ ਚਾਹੇ ਉਹ ਨਹੀਂ। ਪਰ ਉਹ ਜਿਹੜੀ ਤੁਸੀਂ ਅਧਿਆਪਕ ਦੀ ਗੱਲ ਕੀਤੀ ਆ, ਉਹ ਵਾਕਿਆ ਜਿਹੜੀ ਸਥਿਤੀ ਆ ਬਹੁਤ ਖਤਰਨਾਕ ਮੋੜ ਤੇ ਆ। ਇਦਾਂ ਨਾ ਹੋਵੇ ਕਿ ਉਸ ਬੰਦੇ ਦੀ ਸਿਹਤ ਨੂੰ ਕੋਈ ਨੁਕਸਾਨ ਹੋਵੇ ਤੇ ਬਾਅਦ ਵਿੱਚ ਫਿਰ ਇਹ ਸਰਕਾਰਾਂ ਕਰੋੜਾਂ ਰੁਪਈਆ ਦਿੰਦੀਆਂ ਨੇ ਜਾਂ ਕੁਝ ਇਹੋ ਜਿਹੀਆਂ ਗੱਲਾਂ ਕਰਦੀਆਂ ਨੇ ਜਿਹੜੀਆਂ ਫਿਰ ਸ਼ੋਭਨੀਕ ਨਹੀਂ ਲੱਗਦੀਆਂ। ਹੁਣ ਤਾਂ ਭੁੱਖ ਹੜਤਾਲ ਵੀ ਸ਼ੁਰੂ ਕਰਤੀ ਚਾਹੀਦਾ ਆ ਕਿ ਜਿਹੜੇ ਵੀ ਜਿਸ ਵੀ ਬੰਦੇ ਦੀ ਕੋਈ ਜੈਨੂਇਨ ਡਿਮਾਂਡ ਆ ਉਹਨੂੰ ਮੰਨਿਆ ਜਾਵੇ, ਐਟਲੀਸਟ ਗੱਲ ਤੇ ਕਰੋ, ਉਹਦੇ ਨਾਲ ਗੱਲ ਘੱਟੋ ਘੱਟ ਗੱਲ ਕੀਤੀ ਜਾਵੇ, ਕਿਸੇ ਨਾ ਕਿਸੇ ਗੱਲ ਤੇ ਸੈਟੀਸਫਾਈਡ ਤਾਂ ਕੀਤਾ ਜਾਵੇ ਕਿ ਭਾਈ ਅੱਜ ਨਹੀਂ ਤੇ ਮਹੀਨੇ ਨੂੰ ਜਾਂ 2 ਮਹੀਨੇ ਨੂੰ ਲਾਰਾ ਹੀ ਲਾ ਦਿਓ। ਚਲੋ ਲਾਰਾ ਤੇ ਲਾਉਣ ਦਾ ਨਹੀਂ, ਲਾਰਾ ਲਾ ਕੇ ਨੂੰ ਟੈਂਕੀ ਤੋਂ ਤੇ ਲਾ ਲਿਓ। ਬਿਲਕੁਲ ਹੀ ਇਹਨਾਂ ਨੇ ਬਾਤ ਨਹੀਂ ਪੁੱਛੀ ਉਹਦੀ। ਬਿਲਕੁਲ ਨਹੀਂ, ਲਾਰਾ ਲਾਉਣ ਦੀ ਸਲਾਹ ਸੀ ਨਹੀਂ ਦਿੰਦੇ। ਉਹਦੇ ਨਾਲ ਘੱਟ ਤੋਂ ਘੱਟ ਗੱਲਬਾਤ ਕੀਤੀ ਜਾਵੇ ਤੇ ਉਸ ਗੱਲ ਨੂੰ ਕਿਸੇ ਸਿਰੇ ਤੱਕ ਲਾਇਆ ਜਾ ਸਕਦਾ। ਜਿੱਦਾਂ ਹੁਣ ਦੱਸਿਆ ਬਿਲਗਾ ਜੀ ਨੇ, ਫਿਰ ਉਹ ਗੱਲ ਦਾ ਰਿਪੀਟ ਹੋ ਜਾਂਦਾ ਵੀ ਜੇ ਤੁਸੀਂ 37 ਸਾਲ ਪੁਰਾਣੇ ਮਾਮਲਿਆਂ 'ਚ ਆਪਣੇ ਬੰਦੇ ਨੂੰ ਨੌਕਰੀ ਦੇ ਸਕਦੇ ਤੇ ਜੇ ਕੋਈ ਇੱਕ ਬੰਦਾ 90-92 ਦਿਨ ਤੋਂ ਜੇ ਉਹਦੀ ਕੋਈ ਜੈਨੂਇਨ ਡਿਮਾਂਡ ਆ ਉਹਦੇ ਨਾਲ ਗੱਲ ਕੀਤੀ ਜਾਵੇ ਤੇ ਉਹਦਾ ਮਸਲਾ ਹੱਲ ਕੀਤਾ ਜਾਵੇ। ਲਾਰਾ ਲਾਉਣ ਦੀ ਹਮਾਇਤ ਅਸੀਂ ਵੀ ਨਹੀਂ ਕਰਦੇ, ਪਰ ਕਿਸੇ ਦੀ ਜਾਨ ਬਚਾਉਣ ਲਈ ਜੇ ਥੋੜਾ ਜਿਹਾ ਲਾਰਾ ਲਾਉਣਾ ਹੋਵੇ ਤੇ ਜਾਨ ਬਚਾ ਲੈਣੀ ਚਾਹੀਦੀ। ਕੈਪਟਨ ਸਾਹਿਬ ਨੇ ਐਥਲੀਟਾਂ ਤੋਂ ਕੀਤੀ ਆ ਮਾਫੀ ਮੰਗੀ ਬਾਅਦ ਵਿੱਚ, ਉਹ ਕੀ ਮਾਜਰਾ ਸੀਗਾ? ਇਸੇ ਹੀ ਚੱਕਰ ਦੇ ਵਿੱਚ ਜਿਹੜੇ ਪੈਰਾ ਓਲੰਪਿਕ ਦੇ ਐਥਲੀਟਸ ਸੀਗੇ ਉਹਨਾਂ ਨੇ ਵੀ ਇੱਕ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੂੰ ਵੀ ਕੁਝ ਲਾਰੇ ਲਾਏ ਹੋਏ ਨੇ, ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਦੀਆਂ ਜੌਬਸ ਦਾ ਆ ਜਾਂ ਕੁਝ ਉਹਨਾਂ ਨੂੰ ਕੰਪਨਸੇਸ਼ਨ ਆਧਾਰ ਦੇ ਉੱਤੇ ਉਹਨਾਂ ਨੂੰ ਕੁਝ ਭੱਤੇ ਦੇਣ ਦੀ ਗੱਲ ਸੀ, ਉਹ ਪੂਰੀ ਨਹੀਂ ਹੋ ਰਹੀ। ਉਹ ਵੀ ਜਾ ਰਹੇ ਸੀ ਪਟਿਆਲੇ ਤੇ ਉਹਨਾਂ ਨਾਲ ਵੀ ਉੱਥੇ ਪੁਲਿਸ ਨੇ ਜਿਹੜੀ ਆ ਧੱਕਾ ਮੁੱਕੀ ਕੀਤੀ ਆ। ਇੱਕ ਤਾਂ ਉਹ ਪਹਿਲਾਂ ਹੀ ਵਿਸ਼ੇਸ਼ ਪਲੇਅਰ ਨੇ, ਉਹਨਾਂ ਦੀਆਂ ਫਿਜ਼ੀਕਲ ਜਿਹੜੀਆਂ ਹਾਲਾਤ ਨੇ ਉਹ ਠੀਕ ਨਹੀਂ ਹੁੰਦੇ ਤੇ ਉਹ ਆਪਣੇ ਰੋਸ ਵਜੋਂ ਮੈਡਲ ਵਾਪਸ ਕਰਨ ਜਾ ਰਹੇ ਸੀ ਤੇ ਉਹਨਾਂ ਨਾਲ ਵੀ ਧੱਕਾ ਹੋਇਆ। ਤੇ ਬਾਅਦ ਵਿੱਚ ਜਦੋਂ ਇਸ ਗੱਲ ਦਾ ਕੈਪਟਨ ਸਾਹਿਬ ਨੂੰ ਪਤਾ ਲੱਗਾ ਤੇ ਉਹਨਾਂ ਨੇ ਫਿਰ ਵੀਡੀਓ ਕਾਲ ਕੀਤੀ। ਦੇਖੋ ਕੋਵਿਡ ਦੇ ਨਾਲ ਕਹਿ ਲਓ ਜਾਂ ਤਕਨੀਕ ਦੇ ਨਾਲ ਕਹਿ ਲਓ, ਇਹ ਕੰਮ ਸੌਖਾ ਆ ਕਿ ਤੁਸੀਂ ਜੇ ਕਿਸੇ ਕੋਲ ਨਹੀਂ ਵੀ ਜਾ ਸਕਦੇ ਤੁਸੀਂ ਉਹਦਾ ਹਾਲ ਚਾਲ ਪੁੱਛ ਸਕਦੇ ਹੋ। ਬੀਤੇ ਦੇ ਵਿੱਚ ਕੈਪਟਨ ਸਾਹਿਬ ਨੇ ਕਈ ਲੋਕਾਂ ਨਾਲ ਇਦਾਂ ਦੀਆਂ ਗੱਲਬਾਤ ਜਿਹੜੀ ਆ ਵੀਡੀਓ ਕਾਲਿੰਗ ਤੇ ਕੀਤੀ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਪੁਲਿਸ ਦੇ ਵਿਵਹਾਰ ਤੇ ਜਾਂ ਪੁਲਿਸ ਨੇ ਜੋ ਉਹਨਾਂ ਨਾਲ ਧੱਕਾ ਕੀਤਾ ਉਹਦੇ ਲਈ ਮਾਫੀ ਮੰਗੀ ਆ। ਤੇ ਜੇ ਇਹੋ ਜੀ ਵੀਡੀਓ ਕਾਲਿੰਗ ਹੀ ਉਹਨਾਂ ਨੇ ਉਹਨਾਂ ਅਧਿਆਪਕਾਂ ਨਾਲ ਵੀ ਕਰ ਲੈਣ ਤੇ ਮਸਲਾ ਹੱਲ ਹੋ ਸਕਦਾ। ਤੇ ਬਿਲਗਾ ਸਾਹਿਬ, ਉਹ ਟੈਂਕੀ ਤੇ ਵੀਡੀਓ ਕਾਲ ਦੀ ਰੇਂਜ ਨਹੀਂ ਜਾਂਦੀ ਕੈਪਟਨ ਦੇ ਫੋਨ ਤੋਂ? ਉਹ ਜਿਹੜਾ ਮੁੰਡਾ ਤੁਸੀਂ ਦੱਸਿਆ ਵੀ ETT ਟੈਟ ਪਾਸ ਆ, ਬੜੇ ਲੰਬੇ ਸਮੇਂ ਤੋਂ ਉਹ ਜਿਹੜਾ ਟੈਂਕੀ ਤੇ ਚੜਿਆ ਹੋਇਆ। ਸਵਲੀਨ ਜੀ, ਇਹ ਬੜੀ ਸਾਡੇ ਸਮਾਜ ਲਈ ਬੜੀ ਦੁੱਖਦਾਈ ਗੱਲ ਹੈ ਤੇ ਸਰਕਾਰਾਂ ਲਈ ਸ਼ਰਮਨਾਕ ਗੱਲ ਹੈ। ਜਦੋਂ ਕੋਈ ਬੰਦਾ ਇਦਾਂ ਦੀਆਂ ਸਮੱਸਿਆ ਤੋਂ ਬਾਅਦ ਆਪਣੀ ਜ਼ਿੰਦਗੀ ਤਿਆਗ ਦਿੰਦਾ ਹੈ, ਕੋਈ ਆਤਮ ਹੱਤਿਆ ਕਰ ਲੈਂਦਾ, ਕੋਈ ਤੇਲ ਉੱਤੇ ਪਾ ਲੈਂਦਾ, ਉਦੋਂ ਬਾਅਦ ਸਰਕਾਰਾਂ ਜਦੋਂ ਜਾਗਦੀਆਂ ਤਾਂ ਫਿਰ ਕਹਿੰਦੇ ਹੁੰਦੇ ਈਦ ਤੋਂ ਬਾਅਦ ਕੀ ਤੰਬਾ ਫੂਕਣਾ। ਬਿਲਕੁਲ। ਜੇ ਹੁਣ ਅਸੀਂ ਕਹਿੰਦੇ ਆ ਵੀ ਵਧੀਆ ਗੱਲ ਆ ਜੇ ਪੁਲਿਸ ਨੇ ਉਹਨਾਂ ਜਿਹੜੇ ਪੈਰਾ ਐਥਲੀਟ ਸੀਗੇ ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਜਾਂ ਲਾਠੀ ਚਾਰਜ ਕੀਤਾ, ਜੇ ਕੈਪਟਨ ਨੇ ਵੀਡੀਓ ਕਾਲ ਦੇ ਉੱਤੇ ਆਣ ਕੇ ਮਾਫੀ ਮੰਗੀ ਤੇ ਚੰਗੀ ਗੱਲ ਆ। ਪਰ ਸਵਲੀਨ ਜੀ, ਕੀ ਉਹ ਜਿਹੜਾ ਟੈਂਕੀ ਤੇ ਚੜਿਆ ਮੁੰਡਾ ਹੈ ਉੱਥੇ ਕੈਪਟਨ ਦੀ ਵੀਡੀਓ ਕਾਲ ਦੀ ਰੇਂਜ ਨਹੀਂ ਜਾਂਦੀ? ਉਹਨਾਂ ਦੀ ਗੱਲ ਹੋ ਸਕਦੀ। ਇਹ ਸੋਚਣਾ ਪਊ ਸਰਕਾਰਾਂ ਨੂੰ, ਜਾਂ ਤਾਂ ਲਾਰੇ ਲਾਉਣ ਨਾ, ਕੋਈ ਆਪਣੀ ਮੈਨੀਫੈਸਟੋ ਵਿੱਚ ਇਦਾਂ ਦਾ ਲਾਰਾ ਨਾ ਲਾਉਣ ਵੀ ਅਸੀਂ ਤੁਹਾਨੂੰ 5 ਸਾਲ 'ਚ ਨੌਕਰੀ ਨਹੀਂ ਦੇਣੀ ਤੇ ਕੋਈ ਵਾਅਦਾ ਨਾ ਕਰਨ, ਫੇਰ ਲੋਕਾਂ ਤੋਂ ਵੋਟਾਂ ਲੈਣ ਤੇ ਸ਼ਾਇਦ ਫਿਰ ਲੋਕ ਵਿਰੋਧ ਵੀ ਨਹੀਂ ਕਰਨਗੇ।
ਤੇ ਜਦੋਂ ਤੁਸੀਂ ਲਾਰੇ ਲਾ ਕੇ ਆਉਣਾ ਆ ਵੀ ਅਸੀਂ ਇੰਨੀਆਂ ਨੌਕਰੀਆਂ ਦੇਵਾਂਗੇ, ਅਸੀਂ ਆਹ ਕਰਾਂਗੇ, ਦੇਣਾ ਤੁਸੀਂ ਆਣ ਕੇ ਕੁਛ ਅਗਲਿਆਂ ਤੇ ਫਿਰ ਨਹੀਂ, ਮੰਗਣਾ ਜਾਂ ਹੀ ਦੇਣੀਆਂ ਤੁਸੀਂ ਨੌਕਰੀਆਂ ਆਪਣੇ ਚਹੇਤਿਆਂ ਨੂੰ ਤੇ ਫਿਰ ਲੋਕਾਂ ਨੇ ਵਿਰੋਧ ਤਾਂ ਕਰਨਾ ਹੀ ਆ ਨਾ। ਬਿਲਕੁਲ। ਤੇ ਇਹ ਜਿਹੜੀ ਕੈਪਟਨ ਸਾਹਿਬ ਨੇ ਜਿਹੜੀ ਮਾਫੀ ਪੈਰਾ ਐਥਲੀਟ ਤੋਂ ਮੰਗੀ ਆ, ਇਦਾਂ ਹੀ ਇੱਕ ਦਿਆਨਤਦਾਰੀ ਦਿਖਾਉਂਦੇ ਹੋਏ ਉਹ ਜਿਹੜਾ ਟੈਂਕੀ ਤੇ ਚੜਿਆ ਹੋਇਆ ਸਾਡਾ ਨੌਜਵਾਨ ਆ, ਉਹਦੇ ਨਾਲ ਵੀ ਵੀਡੀਓ ਕਾਲ ਕੈਪਟਨ ਸਾਹਿਬ ਨੂੰ ਕਰ ਲੈਣੀ ਚਾਹੀਦੀ ਜੀ। ਸ਼ਰਮਾ ਜੀ, 3 ਭਗੌੜੇ ਕਾਰੋਬਾਰੀ ਦੇ ਜਾਇਦਾਦਾਂ ਜਿਹੜੀਆਂ ਨੇ ਬੈਂਕ ਨੂੰ ਟ੍ਰਾਂਸਫਰ ਕਰ ਦਿੱਤੀਆਂ ਗਈਆਂ ਨੇ, ਸ਼ਾਬਾਸ਼ ਦਈਏ ਮੋਦੀ ਸਰਕਾਰ ਨੂੰ? ਬਿਲਕੁਲ ਜੀ, ਦੇ ਦਿਓ, ਕਦੇ ਕਦੇ ਸ਼ਾਬਾਸ਼ ਦੇਣੀ ਚਾਹੀਦੀ ਹੈ ਜੇ ਕੋਈ ਚੰਗਾ ਕੰਮ ਹੋਵੇ। ਬਹੁਤ ਵੱਡੇ ਕਾਰੋਬਾਰੀ ਸੀ ਨੀਰਵ ਮੋਦੀ, ਮੇਹੁਲ ਚੌਕਸੀ ਤੇ ਵਿਜੇ ਮਾਲਿਆ। ਤੇ ਵਿਜੇ ਮਾਲਿਆ ਦੀ ਤੇ ਜੇਬ 'ਚ ਇੱਕ ਹੋਰ ਖੰਭ ਸੀ ਕਿ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ। ਭਾਰਤ ਦੇ ਵੱਡੇ ਕਾਰੋਬਾਰੀ ਰਹੇ ਨੇ, 에ਅਰਲਾਈਨ ਵੀ ਚਲਾਈ ਉਹਨਾਂ ਨੇ, ਯੂਬੀ ਕਰਕੇ, ਯੂਨੀਅਨ ਬੇਵਰੇਜ ਕਰਕੇ ਉਹਨਾਂ ਕੋਲ ਇੱਕ ਜਿਹੜੀ ਲਿਕਵਰ ਕੰਪਨੀ ਆ ਉਹਦਾ ਵੀ ਉਹਨਾਂ ਕੋਲ ਹੈਗਾ ਕਾਰੋਬਾਰ। ਹੋਰ ਬਹੁਤ ਵੱਡੇ ਵੱਡੇ ਕੰਮ ਨੇ। ਜਿਹੜੇ ਮੇਹੁਲ ਚੌਕਸੀ ਨੇ ਉਹਨਾਂ ਕੋਲ ਵੀ ਵੱਡਾ ਵਪਾਰ ਸੀ, 4000 ਤੋਂ ਜ਼ਿਆਦਾ ਉਹਨਾਂ ਦੇ ਸਟੋਰ ਸੀ ਹੀਰਿਆਂ ਦੇ ਕਾਰੋਬਾਰ ਦਾ। ਤੇ ਇਹੋ ਜਿਹਾ ਹੀ ਕੁਝ ਕੰਮ ਜਿਹੜਾ ਆ ਨੀਰਵ ਮੋਦੀ ਦਾ ਸੀ। ਇਸੇ ਕੇਸ ਦੇ ਵਿੱਚ ਸਾਰੇ ਮੋਦੀ ਚੋਰ ਹਨ ਕਹਿਣ ਦੇ ਕੇਸ ਦੇ ਵਿੱਚ ਰਾਹੁਲ ਗਾਂਧੀ ਵੀ ਅੱਜ ਤਰੀਕਾਂ ਭੁਗਤਦੇ ਆ। ਪਰ ਗੱਲ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮੋਦੀ ਚੋਰ ਨੇ, ਪਰ ਜਦੋਂ ਉਹ ਇੱਕ ਸਰਨੇਮ ਸਾਰਿਆਂ ਦਾ ਇਹੋ ਜਿਹਾ ਰਲ ਗਿਆ ਸੀ ਤੇ ਫਿਰ ਇਹੋ ਜਿਹੀਆਂ ਘਟਨਾਵਾਂ ਹੋਈਆਂ। ਇਹ 2-3 ਪਿਛਲੇ 5-4 ਸਾਲ ਤੋਂ ਕਦੀ ਕੋਈ ਚਲਾ ਗਿਆ ਬਾਹਰ, ਇੰਗਲੈਂਡ ਚਲਾ ਗਿਆ, ਵਿਜੇ ਮਾਲਿਆ ਇੰਗਲੈਂਡ ਬੈਠਾ। ਪਰ ਵਿਜੇ ਮਾਲਿਆ ਦੇ ਕੇਸ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਉਹਨਾਂ ਨੇ ਬਹੁਤ ਵਾਰ ਇਹ ਗੱਲ ਕਹੀ ਆ ਕਿ ਮੇਰੇ ਨਾਲ ਸਰਕਾਰ ਜਿਹੜਾ ਆ ਉਹ ਵੈਂਡੇਟ ਦੀ ਜਿਹੜੀ ਬਦਲੇ ਦੀ ਰਾਜਨੀਤੀ ਤੇ ਕੰਮ ਕਰ ਰਹੀ ਆ। ਜੇ ਮੈਨੂੰ ਮੌਕਾ ਦਿੱਤਾ ਜਾਵੇ, ਮੈਨੂੰ ਸਿਰਫ ਕਾਨੂੰਨ ਦੇ ਤਰੀਕੇ ਦੇ ਵਿੱਚ ਮੈਨੂੰ ਲੜਨ ਦਾ ਦਿੱਤਾ ਜਾਵੇ, ਮੈਂ ਪੈਸੇ ਵੀ ਮੋੜਨ ਨੂੰ ਤਿਆਰ ਹਾਂ ਤੇ ਮੈਂ ਹਿੰਦੁਸਤਾਨ ਆਉਣ ਨੂੰ ਵੀ ਤਿਆਰ ਹਾਂ। ਪਰ ਉਹਨੂੰ ਇੱਥੇ ਦੇ ਜਿਹੜਾ ਸਿਸਟਮ ਆ ਉਹਦੇ ਤੋਂ ਡਰ ਲੱਗਦਾ ਸੀ। ਜਿੱਦਾਂ ਅਸੀਂ ਦੇਖਿਆ ਬੀਤੇ ਦਿਨੀ ਤਹਿਲਕਾ ਦੇ ਜਿਹੜੇ ਸੰਪਾਦਕ ਸੀ ਉਹਨਾਂ ਦੀ ਰਾਜਨੀਤੀ ਦਾ, ਉਹਨਾਂ ਨਾਲ ਰਾਜਨੀਤੀ ਹੋਈ ਆ, ਉਹਨਾਂ ਨਾਲ ਕੁਝ ਖੇਡਿਆ ਗਿਆ ਤੇ ਉਹਨਾਂ ਨੂੰ ਬਹੁਤ ਸਾਲਾਂ ਬਾਅਦ ਉਸ ਕੇਸ 'ਚੋਂ ਇਨਸਾਫ ਮਿਲਿਆ। ਤੇ ਫਿਰ ਅਸੀਂ ਉਹ ਗੱਲ ਸਮਝਦੇ ਹਾਂ ਅੰਗਰੇਜ਼ੀ ਦੀ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਦੇਰ ਨਾਲ ਮਿਲਿਆ ਹੋਇਆ ਜਿਹੜਾ ਨਿਆਂ ਆ ਉਹ ਅਨਿਆਂ ਵਰਗਾ ਹੋ ਜਾਂਦਾ, ਕਿਉਂਕਿ ਤੁਸੀਂ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਗਵਾ ਦਿੰਦੇ ਆ। ਜਿਹੜੇ ਤੁਸੀਂ ਕੁਝ ਕੰਮ ਕਰਨੇ ਆ, ਤੁਸੀਂ ਉਹ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਆ, ਉਹ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਤੁਹਾਨੂੰ ਜੇਲ੍ਹ 'ਚ ਰੱਖਿਆ ਜਾਂਦਾ ਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਭੁਗਤਦੇ ਆ। ਪਰ ਇਸ ਕੇਸ ਦੇ ਵਿੱਚ ਸਵਲੀਨ ਜੀ, ਜਦੋਂ ਤੁਸੀਂ ਇਹ ਜਿਹੜੀ ਭਗੌੜਿਆਂ ਦੀ ਗੱਲ ਕੀਤੀ ਆ, ਚੌਕਸੀ, ਮੋਦੀ ਤੇ ਮਾਲਿਆ, 22,000 ਕਰੋੜ ਦਾ ਕਰੀਬ ਉਹ ਗਵਰਨ ਕਰਕੇ ਤੇ ਮੁਲਕ ਚੋਂ ਬਾਹਰ ਚਲੇ ਗਏ ਹੋਏ। ਸਾਰਿਆਂ ਕੋਲ ਹੀ ਲਗਭਗ ਬਾਹਰਲੇ ਦੇਸ਼ਾਂ ਦੀ ਜਿਹੜੀ ਨਾਗਰਿਕਤਾ ਹੈ। ਮੇਰਾ ਖਿਆਲ ਜਿਹਨੂੰ ਤੁਸੀਂ ਮੋਦੀ ਕਹਿੰਦੇ ਆ ਉਹਦੇ ਕੋਲ ਬੈਲਜੀਅਮ ਦੀ ਆ, ਜਿਹੜਾ ਮੇਹੁਲ ਚੌਕਸੀ ਉਹਦੇ ਕੋਲ ਐਂਟੀਗੁਆ ਤੇ ਬਾਰਬੁਡਾ ਦੀ ਆ, ਤੇ ਉਹਦੇ ਦੂਸਰੇ ਬੰਦੇ ਕੋਲ ਇੰਗਲੈਂਡ ਦੀ ਆ। ਤਾਂ ਇਹਨਾਂ ਦੀਆਂ ਜਿਹੜੀਆਂ ਇੱਥੇ ਸੰਪਤੀਆਂ ਸੀਗੀਆਂ, ਉਹ ਜਦੋਂ ਈਡੀ ਨੇ ਉਹਨਾਂ ਦੀ ਸ਼ਨਾਖਤ ਕੀਤੀ, ਹਾਲਾਂਕਿ ਬੜਾ ਪੇਚੀਦਾ ਕੰਮ ਸੀ। ਮੈਂ ਇੱਕ ਘਪਲਾ ਕਰਦਾ ਤੇ ਕੁਝ ਜ਼ਮੀਨ ਆਪਣੇ ਫੈਮਿਲੀ ਦੇ ਨਾਂ ਤੇ ਲਵਾ ਦੇਣਾ, ਕੁਝ ਪ੍ਰਾਪਰਟੀ ਕਿਸੇ ਬੇਨਾਮੀ ਦੋਸਤਾਂ ਦੇ ਨਾਂ ਤੇ ਕਰਾ ਦੇਣਾ, ਉਹ ਸਾਰਾ ਕੁਝ ਇੱਧਰ ਉੱਧਰ ਕਰ ਲੈਂਦੇ ਆ। ਬਾਅਦ ਵਿੱਚ ਜਦੋਂ ਉਹ 22,000 ਕਰੋੜ ਦੇ ਘਪਲੇ ਦੇ ਵਿੱਚ ਉਹਨਾਂ ਦੀ ਸਾਰੀਆਂ ਦੀ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਤੇ 18,000 ਕਰੋੜ ਉਹਨਾਂ ਨੂੰ ਲੱਭ ਗਿਆ। ਉਸ 18,000 ਕਰੋੜ ਦੇ ਵਿੱਚੋਂ ਈਡੀ ਨੇ ਤੁਰੰਤ ਪ੍ਰਭਾਵ ਦੇ ਨਾਲ ਉਹ ਜਿਹੜੀਆਂ ਬੈਂਕਾਂ ਦੇ ਲੋਨ ਸੀ, 9,000 ਕਰੋੜ ਜਿਹੜੀ ਪ੍ਰਾਪਰਟੀਜ਼ ਆ ਉਹ ਟ੍ਰਾਂਸਫਰ ਜਿਹੜੀਆਂ ਬੈਂਕਾਂ ਨੂੰ ਕਰ ਦਿੱਤੀਆਂ। ਯਾਨੀ ਕਿ ਤੁਸੀਂ ਇਦਾਂ ਕਹਿ ਲਓ ਕਿ ਜਿੰਨਾ ਕਿ ਘਪਲਾ ਸੀਗਾ ਉਹਦਾ 40% ਜਿਹੜਾ ਹੈ ਉਹ ਵਾਪਸ ਆ ਗਿਆ। ਉਹਦੇ 'ਚ ਵੇਰਵੇ ਜੇ ਗੱਲ ਕਰੀਏ ਤਾਂ ਕਿਸੇ ਦਾ ਕੋਈ ਵੱਡੇ ਫਲੈਟ ਨੇ, ਇਹਨਾਂ ਕੋਲ ਕਮਰਸ਼ੀਅਲ ਪ੍ਰਾਪਰਟੀਆਂ ਨੇ। ਮਾਲਿਆ ਸਾਹਿਬ ਦੀ ਪੈਰਿਸ ਦੇ ਵਿੱਚ ਵੀ ਕੋਈ ਜ਼ਮੀਨ ਆ, ਥਾਈਲੈਂਡ 'ਚ ਕੋਈ ਫੈਕਟਰੀ ਆ। ਪਰ ਉਹਦੇ 'ਚ ਇੱਕ ਹੋਰ ਜਿਹੜੀ ਬਹੁਤ ਖੂਬਸੂਰਤ ਚੀਜ਼ਾਂ ਉਹਨਾਂ ਕੋਲ ਮਿਲੀਆਂ, ਉਹਦੇ ਵਿੱਚ ਮਾਲਿਆ ਸਾਹਿਬ ਕਿਉਂਕਿ ਬਹੁਤ ਸ਼ੌਕੀਨ ਸੀ, ਉਹਨਾਂ ਕੋਲ MF ਹੁਸੈਨ ਤੇ ਅਮਰਤਾ ਸ਼ੇਰਗਿੱਲ ਦੀਆਂ ਪੇਂਟਿੰਗਸ ਵੀ ਮਿਲੀਆਂ। ਬਹੁਤ ਵੱਡੀਆਂ ਕਾਰਾਂ ਵੀ ਮਿਲੀਆਂ, ਘੜੀਆਂ ਵੀ ਮਿਲੀਆਂ। ਪਰ ਉਹ ਜਿਹੜੀਆਂ ਪੇਂਟਿੰਗਸ ਆ, ਤੁਸੀਂ ਜਿਹੜੇ ਦਰਸ਼ਕ ਵੀ ਜਾਣਦੇ ਤੇ ਜਿਹੜੇ ਕਲਾ ਨਾਲ ਜੁੜੇ ਹੋਏ ਲੋਕ ਆ ਉਹ ਸਮਝਦੇ ਆ ਕਿ ਹਿੰਦੁਸਤਾਨ ਦੇ ਵਿੱਚ ਰਾਜਾ ਰਾਮ, MF ਹੁਸੈਨ ਤੇ ਅਮਰਤਾ ਸ਼ੇਰਗਿੱਲ ਦਾ ਨਾਮ ਜਿਹੜਾ ਆ ਉਹ ਪਹਿਲੇ ਨੰਬਰਾਂ 'ਚ। ਸੋ ਉਹਨਾਂ ਕੋਲ ਇਹੋ ਜਿਹੀਆਂ ਚੀਜ਼ਾਂ ਵੀ ਮਿਲੀਆਂ ਜਿਹੜੀਆਂ ਕਿ ਬਹੁਤ ਵੱਡੇ ਮਹੱਤਵ ਦੀਆਂ ਨੇ, ਉਹਨਾਂ ਦੀ ਕੀਮਤ ਹੀ ਕੋਈ ਨਹੀਂ। ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਪੇਂਟਿੰਗਸ ਦੀ ਕਿਤੇ ਪ੍ਰਦਰਸ਼ਨੀ ਲੱਗਦੀ ਆ ਜਾਂ ਕਿਤੇ ਆਕਸ਼ਨ ਹੁੰਦੀ ਆ ਤੇ ਕਈ ਵਾਰ ਇੱਕ ਪੇਜ ਦੀ ਜਿਹੜੀ ਇੱਕ ਛੋਟੀ ਜਿਹੀ ਪੇਂਟਿੰਗ ਹੈ ਉਹ ਵੀ ਕਰੋੜਾਂ ਅਰਬਾਂ ਖਰਬਾਂ ਤੱਕ ਵੀ ਵਿਕਦੀ ਹੈ। ਸੋ ਉਹਨਾਂ ਕੋਲੋਂ ਬਹੁਤ ਸਾਰਾ ਸਮਾਨ ਜਿਹੜਾ ਮਿਲਿਆ ਦੇਸ਼ ਦਾ। ਉਹਦੇ 'ਚ ਕੁਝ ਬੈਂਕਾਂ ਦਾ ਕੁਝ ਭਲਾ ਜ਼ਰੂਰ ਹੋਇਆ, ਬੈਂਕਿੰਗ ਸਿਸਟਮ ਤੇ ਲੋਕਾਂ ਦਾ ਜਿਹੜਾ ਯਕੀਨ ਵੀ ਬਣੇਗਾ ਤੇ ਬਾਕੀ ਜਿਹੜਾ ਆ ਉਹ ਵੀ ਰਿਕਵਰ ਹੋ ਜਾਏ ਤੇ ਹੋਰ ਵੀ ਚੰਗਾ। ਤੇ ਦੂਸਰੀ ਗੱਲ ਜਿਹੜੀ ਮਾਲਿਆ ਜੀ, ਵਿਜੇ ਮਾਲਿਆ ਕਹਿ ਰਿਹਾ ਜਾਂ ਹੋਰ ਜਿਹੜੇ ਬਾਕੀ ਬੰਦੇ ਕਹਿ ਰਹੇ ਨੇ, ਜੇ ਕਾਨੂੰਨੀ ਪ੍ਰਕਿਰਿਆ ਨੂੰ ਸਾਫ਼ ਸੁਥਰੀ ਪਾਰਦਰਸ਼ਤਾ ਨਾਲ ਬਣਾਇਆ ਜਾਵੇ ਤਾਂ ਫਿਰ ਹੋ ਸਕਦਾ ਕਿ ਇਦਾਂ ਦੇ ਘਪਲੇ ਹੋਣ ਹੀ ਨਾ ਤੇ ਬੈਂਕਿੰਗ ਸੈਕਟਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹਾਲਾਂਕਿ ਰੈਸਟ ਆਫ ਦੀ ਵਰਲਡ ਨਾਲ ਜਦੋਂ ਕੰਪੇਅਰ ਕਰਦੇ ਤੇ ਭਾਰਤ ਦਾ ਬੈਂਕਿੰਗ ਸਿਸਟਮ ਕਾਫੀ ਚੰਗਾ ਮੰਨਿਆ ਜਾਂਦਾ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮੇਟਦੇ ਹਾਂ। ਬਿਲਗਾ ਜੀ, ਸ਼ਰਮਾ ਜੀ, ਸਟੂਡੀਓ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।